ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਪੰਕਜ ਪੰਕਜ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਓ ਬਹੁ ਤੇਗ ਬਹਾਦਰ ਪਰਮ ਸਤਿਗੁਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਪਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਉਲੰਘ ਪੰਥ ਪਹੁੰਚਤ ਪਈ ਤਾਰਨ ਤਰਨ ਸਥਾਨ। ਉਤਰੇ ਜਾਏ ਸਮੂਹ ਤੇ ਸ਼੍ਰੀ ਅਰਜਨ ਗੁਣ ਖਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ ਗੁਰ ਕਿਰਪਾਲ ਜਪੈ ਤਾਪ ਗੁਣ ਸਭ ਛਪੇ। ਐਸੇ ਕਰਨ ਕਾਰਨ ਦੀਨ ਦਿਆਲ ਭਗਤ ਵਛਲ ਅਨਾਥਨਾਥ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ। ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਨਤਮਸਤਕ ਹੋ ਕੇ ਨਿਤਾ ਪ੍ਰਤੀ ਇਕੱਤਰ ਹੋ ਕੇ ਸਤਿਗੁਰੂ ਜੀ ਦੇ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਬਹੁਤ ਹੀ ਅਦਬ ਸਤਿਕਾਰ ਸਹਿਤ ਸਰਵਣ ਕਰ ਰਹੇ। ਸਤਿਗੁਰੂ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਦਾ ਸਮਾਗਮ ਸੰਪੰਨ ਹੋਇਆ। ਡੱਲੇ ਨਗਰ ਤੋਂ ਮਾਤਾ ਦਮੋਦਰੀ ਜੀ ਦੀ ਡੋਲੀ ਲੈ ਕੇ ਛੇਵੇਂ ਪਾਤਸ਼ਾਹ ਆਪਣੇ ਸਤਿਕਾਰਯੋਗ ਪਿਤਾ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਸਹਿਤ ਸਮੁੱਚੀ ਬਰਾਤ ਸਮੇਤ ਵਾਪਸ ਪਰਤੇ ਹਨ।
ਡੱਲੇ ਤੋਂ ਵਾਪਸੀ ਆਉਂਦਿਆਂ ਪਹਿਲਾ ਪੜਾਅ ਸ੍ਰੀ ਗੋਇੰਦਵਾਲ ਸਾਹਿਬ ਕੀਤਾ ਹੈ, ਜਿੱਥੇ ਦਾਸ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਨੇ ਬਹੁਤ ਸੇਵਾ ਟਹਿਲ ਕੀਤੀ। ਬੌਲੀ ਸਾਹਿਬ ਦੇ ਨਿਰਮਲ ਜਲ 'ਚ ਸਤਿਗੁਰਾਂ ਇਸ਼ਨਾਨ ਪਾਨ ਕੀਤੇ। ਬਾਬਾ ਮੋਹਨ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਤੁਸੀਂ ਸਾਡੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਚੱਲੋ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤਿਆਰ ਹੋਏ ਨੇ, ਚੱਲ ਕੇ ਦਰਸ਼ਨ ਕਰੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਬਾਰ ਦੇ ਦਰਸ਼ਨ ਕਰੋ। ਬਾਬਾ ਮੋਹਨ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਚੱਲ ਪਏ। ਗੋਇੰਦਵਾਲ ਸਾਹਿਬ ਤੋਂ ਚੱਲ ਕੇ ਖਡੂਰ ਸਾਹਿਬ ਆਏ ਨੇ ਤਾਂ ਬਾਬਾ ਦਾਤੂ ਜੀ ਹੋਣਾ ਨੇ ਸੇਵਾ ਟਹਿਲ ਕੀਤੀ, ਬੇਨਤੀ ਕੀਤੀ ਰਾਤ ਇੱਥੇ ਰਹੋ। ਸਤਿਗੁਰੂ ਜੀ ਨੇ ਬਚਨ ਕੀਤਾ, ਕੇਵਲ 3 ਕੋਹ ਦਾ ਪਿੰਡ ਅੱਜ ਤੈਅ ਕੀਤਾ ਹੈ ਤੇ ਕੱਲ ਦੀ ਬੜੀ ਲੰਮੀ ਹੋ ਜਾਏਗੀ ਜੇ ਇੱਥੇ ਪੜਾ ਕੀਤਾ। ਤੇ ਬਾਬਾ ਦਾਤੂ ਜੀ ਨੇ ਬੇਨਤੀ ਕੀਤੀ, ਮਹਾਰਾਜ ਫਿਰ ਭੋਜਨ ਦੁਪਹਿਰ ਦਾ ਆਪ ਜੀ ਕਰਕੇ ਇੱਥੋਂ ਜਾਓ। ਬਾਬਾ ਦਾਤੂ ਜੀ ਨੇ ਭੋਜਨ ਤਿਆਰ ਕੀਤਾ, ਲੰਗਰ ਪ੍ਰਸ਼ਾਦਾ ਤਿਆਰ ਕੀਤਾ, ਸਤਿਗੁਰਾਂ ਦੇ ਸਮੇਤ ਸਭ ਸੰਗਤ ਨੂੰ ਛਕਾਇਆ। ਖਡੂਰ ਸਾਹਿਬ ਧੰਨ ਗੁਰੂ ਅੰਗਦ ਦੇਵ ਸਾਹਿਬ ਦੇ ਪਾਵਨ ਦਰਬਾਰ ਦੇ ਦਰਸ਼ਨ ਕੀਤੇ ਹਨ। ਗੁਰਦੁਆਰਾ ਮੱਲ ਖਾੜਾ ਸਾਹਿਬ ਦੇ ਦੀਦਾਰ ਦਰਸ਼ਨ ਕੀਤੇ ਹਨ। ਦੁਪਹਿਰ ਦੇ ਸਮੇਂ ਪ੍ਰਸ਼ਾਦਾ ਛਕਣ ਤੋਂ ਉਪਰੰਤ ਮਹਾਰਾਜ ਜੀ ਨੇ ਸ਼੍ਰੀ ਖਡੂਰ ਸਾਹਿਬ ਤੋਂ ਚਾਲਾ ਮਾਰਿਆ ਔਰ ਸ਼੍ਰੀ ਤਰਨ ਤਾਰਨ ਸਾਹਿਬ ਆ ਕੇ ਟਿਕਾਣਾ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ, ਸ਼ਹੀਦਾਂ ਦੇ ਸਰਤਾਜ ਸਤਿਗੁਰੂ, ਮਹਾਨ ਦਿਆਲੂ, ਮਹਾਨ ਕਿਰਪਾਲੂ ਸਤਿਗੁਰੂ, ਪਰਉਪਕਾਰੀ ਸਤਿਗੁਰੂ, ਜਿਨ੍ਹਾਂ ਨੇ ਸਾਡੇ ਤੇ ਇੰਨੇ ਵੱਡੇ ਭਾਰੀ ਉਪਕਾਰ ਕੀਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਸੰਪਾਦਨ ਕਰਕੇ ਕਿ ਕੁੱਲ ਕਾਇਨਾਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੀਤੇ ਪਰਉਪਕਾਰ ਦਾ ਦੇਣ ਨਹੀਂ ਦੇ ਸਕਦੇ। ਮਹਾਨ ਪਰਉਪਕਾਰੀ ਸਤਿਗੁਰੂ ਪੰਜਵੇਂ ਪਾਤਸ਼ਾਹ, ਜੋ ਆਪ ਪਾਰ ਬ੍ਰਹਮ ਪਰਮੇਸ਼ਵਰ ਨੇ, ਅਕਾਲ ਪੁਰਖ ਨੇ, ਇਸ ਮਾਤ ਲੋਕ ਦੀ ਧਰਤੀ ਤੇ ਪੰਜਵਾਂ ਰੂਪ ਲੈ ਕੇ ਆਏ ਹਨ। ਸਤਿਗੁਰੂ ਜੀ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਅਰਜਨ ਸੁਨਤ ਸ਼੍ਰੀ ਸਤਿਗੁਰ ਅਰਜਨ। ਮਾਂ ਕਵੀ ਜੀ ਕਹਿੰਦੇ ਧੰਨ ਗੁਰੂ ਅਰਜਨ ਦੇਵ ਸਾਹਿਬ ਸਾਡੀਆਂ ਅਰਜ਼ਾਂ ਸੁਣਨ ਵਾਲੇ ਹਨ। ਅਰਜਨ ਕਹਿੰਦੇ ਨੇ ਬੇਨਤੀ ਨੂੰ, ਅਰਜ ਨੂੰ। ਅਰਜਨ ਸੁਨਤ ਸ਼੍ਰੀ ਸਤਿਗੁਰ ਅਰਜਨ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਤੁਸੀਂ ਸਾਡੀਆਂ ਅਰਜ਼ਾਂ ਸੁਣਦੇ ਜੇ, ਸਾਡੀਆਂ ਬੇਨਤੀਆਂ ਸੁਣਦੇ ਹੋ, ਸਾਡੀਆਂ ਰਜੋਈਆਂ ਸੁਣਦੇ ਹੋ। ਮੋਹ ਕੇ ਬਿਦਾਰ ਵੇ ਕੋ ਵਾਕ ਸਾਰੇ ਅਰਜਨ। ਸਾਡੇ ਅੰਦਰ ਜਿਹੜੀ ਮੋਹ ਤੇ ਮਮਤਾ ਦੀ ਬਿਰਤੀ ਹੈ ਉਹਨੂੰ ਨਿਵਾਰਨ ਵਾਸਤੇ ਹੇ ਗੁਰੂ ਅਰਜਨ ਦੇਵ ਸਾਹਿਬ, ਜਿਹੜੇ ਤੁਹਾਡੇ ਬਚਨ ਨੇ, ਤੁਹਾਡੀ ਬਾਣੀ ਹੈ, ਉਹ ਅਰਜਨ ਦੇ ਤੀਰਾਂ ਵਾਂਗੂ ਹੈ। ਜਿਵੇਂ ਅਰਜਨ ਦੇ ਤੀਰ ਨਿਸ਼ਾਨੇ ਨੂੰ ਵਿੰਨ ਕੇ ਨਿਸ਼ਫਲ ਨਹੀਂ ਜਾਂਦੇ, ਇਸੇ ਤਰ੍ਹਾਂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਤੁਹਾਡੇ ਬਚਨਾਂ ਨੂੰ ਸੁਣਨ ਵਾਲਿਆਂ ਦੇ ਹਿਰਦੇ 'ਚੋਂ ਮੋਹ ਦੂਰ ਹੋ ਜਾਂਦਾ, ਮੋਹ ਤੇ ਮਮਤਾ ਦੀ ਬਿਰਤੀ ਨਿਰਵਿਰਤ ਹੋ ਜਾਂਦੀ ਹੈ। ਐਸੇ ਪੰਜਵੇਂ ਪਾਤਸ਼ਾਹ ਦੇ ਚਰਨਾਂ 'ਚ ਆਪਣਾ ਧਿਆਨ ਜੋੜੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਪਾਈ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਉਲੰਘ ਪੰਥ ਪਹੁੰਚਤ ਪਏ, ਤਾਰਨ ਤਰਨ ਸਥਾਨ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਖਡੂਰ ਸਾਹਿਬ ਤੋਂ ਚੱਲੇ, ਰਸਤੇ ਦਾ ਕੁਝ ਪੰਧ ਮੁਕਾਇਆ ਔਰ ਮਹਾਨ ਪਵਿੱਤਰ ਸਥਾਨ ਜੋ ਪੰਜਵੇਂ ਪਾਤਸ਼ਾਹ ਜੀ ਨੇ ਪ੍ਰਗਟ ਕੀਤਾ, ਮਹਾਨ ਸਰੋਵਰ ਦੀ ਰਚਨਾ ਕਰਕੇ ਸ਼੍ਰੀ ਤਰਨ ਤਾਰਨ ਸਾਹਿਬ ਵਾਲੇ ਪਾਵਨ ਮੁਕਾਮ ਤੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਪਹੁੰਚੇ ਹਨ। ਉਤਰੇ ਜਾਏ ਸਮੂਹ ਤੇ ਸ਼੍ਰੀ ਅਰਜਨ ਗੁਣ ਖਾਨ। ਗੁਣਾਂ ਦੀ ਖਾਨ ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਸ਼੍ਰੀ ਤਰਨ ਤਾਰਨ ਸਾਹਿਬ ਆਣ ਕੇ ਉਤਾਰਾ ਕੀਤਾ ਹੈ। ਮਹਾਰਾਜ ਜੀ ਨੇ ਇੱਥੇ ਆਪਣਾ ਨਿਵਾਸ ਸਥਾਨ ਪਹਿਲੋਂ ਹੀ ਬਣਾਇਆ ਹੋਇਆ ਸੀ। ਜਦੋਂ ਸਰੋਵਰ ਦੀ ਰਚਨਾ ਕੀਤੀ 1,57,000 ਰੁਪਈਆ ਦੇ ਕੇ ਮਹਾਰਾਜ ਜੀ ਨੇ ਜ਼ਮੀਨ ਖਰੀਦੀ ਸੀ। ਇਹ ਤੋਂ ਪਾਤਸ਼ਾਹ ਦਾ ਇੱਥੇ ਨਿਵਾਸ ਸੀ। ਤੋਂ ਗੁਰਦੇਵ ਜੀ ਨੇ ਇੱਥੇ ਆਣ ਕੇ ਉਤਾਰਾ ਕੀਤਾ ਸ੍ਰੀ ਤਰਨ ਤਾਰਨ ਸਾਹਿਬ ਵਾਲੇ ਪਾਵਨ ਸਥਾਨ ਤੇ। ਸਵਈਆ ਦੀਨ ਸਭੇ ਪਕਵਾਨ ਸੁਖਾਨ ਕੋ। ਜਿੰਨੀ ਸੰਗਤ ਸੀ ਨਾਲ ਬਰਾਤ ਹੈ,
ਸਭ ਨੂੰ ਪਕਵਾਨ ਦਿੱਤੇ ਨੇ ਛਕਣ ਵਾਸਤੇ, ਕਿਉਂਕਿ ਪਕਵਾਨ ਬਣਾ ਕੇ ਜ਼ਿਆਦਾ ਨਾਲ ਰੱਖੇ ਹੈ, ਕਿਉਂਕਿ ਮੌਕੇ ਤੇ ਰੋਜ਼ਾਨਾ ਲੰਗਰ ਪੱਕ ਕੇ ਤਿਆਰ ਹੋਣਾ, ਉਹਦੇ ਲਈ ਪਹਿਲਾਂ ਹੀ ਪਕਵਾਨ ਜਿਹੜੇ ਸਮੇਂ ਤੱਕ ਕੱਢ ਜਾਂਦੇ। ਤੋ ਪਕਵਾਨ ਬਣੇ ਹੋਏ ਸੀ ਭਾਂਤ ਭਾਂਤ ਦੇ, ਉਹ ਅੱਜ ਸਾਰੀ ਸੰਗਤ ਵਿੱਚ ਵਰਤਾਏ ਗਏ ਨੇ ਛਕਣ ਵਾਸਤੇ। ਵਾਹਨ ਕੋ ਮਨ ਭਾਏ ਖੁਲਾਇਓ। ਫਿਰ ਜਿਹੜੇ ਪਸ਼ੂ ਸੀ, ਜਿਵੇਂ ਘੋੜੇ ਨੇ, ਊਂਠ ਨੇ, ਬਲਦ ਨੇ, ਉਹਨਾਂ ਦੇ ਵੀ ਪ੍ਰਬੰਧ ਕੀਤਾ ਖਾਣ ਦਾ। ਉਹਨਾਂ ਵਾਸਤੇ ਘਾਹ ਪੱਠੇ ਦਾ, ਘੋੜਿਆਂ ਵਾਸਤੇ ਦਾਣੇ ਪੱਠੇ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਵੀ ਦਿੱਤਾ ਹੈ। ਰੈਨ ਵਿਖੇ ਕਰ ਸੈਨ ਪਰੇ। ਰਾਤ ਦਾ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਸਾਰੇ ਤ੍ਰਿਪਤ ਕੀਤੇ ਨੇ, ਘੋੜਿਆਂ ਨੂੰ, ਪਸ਼ੂਆਂ ਨੂੰ, ਜਿੰਨੀ ਬਰਾਤ ਹੈ, ਸੰਗਤ ਹੈ, ਸਭ ਨੂੰ ਖਾਣ ਪਾਣ ਨੂੰ ਮਿਲਿਆ। ਤੋ ਗਰੀਬ ਨਵਾਜ ਪਾਤਸ਼ਾਹ ਜੀ ਆਪਣੇ ਸੁਖਾਸਣਾਂ ਤੇ ਆਏ ਨੇ, ਸੰਗਤ ਦੇ ਸਮੇਤ ਆਪਣੇ ਸੁਖਾਸਣਾਂ ਤੇ ਸਭ ਆਪੋ ਆਪਣੇ ਆਸਣਾਂ ਤੇ ਬਿਰਾਜੇ ਹਨ। ਸੁਖ ਸੰਗ ਤਾਹਾ ਸਭ ਕਾਲ ਬੇਤਾਇਓ। ਬੜੇ ਸੁਖ ਦੇ ਨਾਲ ਰਾਤ ਸਭ ਨੇ ਬਤੀਤ ਕੀਤੀ ਹੈ। ਪ੍ਰਾਤ ਉਠੇ ਕਰ ਮਜਨ ਤੀਰਥ। ਅਗਲੇ ਦਿਨ ਅੰਮ੍ਰਿਤ ਵੇਲੇ ਉੱਠੇ ਨੇ ਸਤਿਗੁਰੂ ਜੀ ਨੇ, ਸ੍ਰੀ ਤਰਨਤਾਰਨ ਸਾਹਿਬ ਜੋ ਸਰੋਵਰ ਹੈ ਉਹਦੇ ਨਿਰਮਲ ਜਲ 'ਚ ਸਤਿਗੁਰਾਂ ਨੇ ਆਪ ਇਸ਼ਨਾਨ ਕੀਤਾ। ਮਹਾਨ ਤੀਰਥ ਹੈ। ਸੰਗਤ ਵਿੱਚ ਇਸ ਮਹਾਨ ਤੀਰਥ ਦਾ ਮਹੱਤਵ ਪ੍ਰਗਟ ਕਰਨ ਵਾਸਤੇ ਖੁਦ ਸਤਿਗੁਰੂ ਜੀ ਨੇ ਆਪ ਇਸ ਪਾਵਨ ਸਰੋਵਰ 'ਚ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਤੇ ਸਾਰੀ ਸੰਗਤ ਨੇ ਟੁੱਬੇ ਲਾਏ। ਦਾਨ ਦਿਓ ਜੋ ਮੰਗਨੇ ਆਇਓ। ਦਿਨ ਚੜ ਗਿਆ ਸ੍ਰੀ ਤਰਨਤਾਰਨ ਸਾਹਿਬ, ਜਿਹੜਾ ਜਿਹੜਾ ਵੀ ਕੋਈ ਜਾਚਕ ਆਇਆ ਮੰਗਣ ਵਾਸਤੇ, ਸਭ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਾਨ ਦੇ ਕੇ ਨਿਵਾਜਿਆ ਹੈ। ਬ੍ਰਾਹਮਣ ਕੇ ਪੁਰ ਕੇ ਮਗ ਕੇ। ਬਹੁਤ ਸਾਰੇ ਨੇੜੇ ਤੇੜੇ ਦੇ ਗ੍ਰਾਮਾਂ ਚੋਂ, ਪਿੰਡਾਂ ਚੋਂ ਜਿਹੜੇ ਗਰੀਬੜੇ ਸਨ, ਸੁਣ ਕੇ ਆਏ ਨੇ ਮਹਾਰਾਜ ਜੀ ਦੇ ਪਾਸ, ਜਾਂ ਜਿਹੜੇ ਰਸਤੇ ਵਿੱਚ ਬਹੁਤ ਸਾਰੇ ਗਰੀਬੜੇ ਸਨ, ਉਹ ਆਏ ਨੇ ਚੱਲ ਕੇ, ਸਭ ਨੇ ਮਹਾਰਾਜ ਜੀ ਕੋਲੋਂ ਦਾਨ ਪ੍ਰਾਪਤ ਕੀਤਾ। ਨਰ ਰੰਕਨ ਕੋ ਤਨ ਦੇਹੁਲ ਸਾਇਓ। ਬਹੁਤ ਸਾਰੇ ਗਰੀਬੜੇ ਜਿਹੜੇ ਲੋੜਵੰਦ ਸਨ, ਉਹਨਾਂ ਨੂੰ ਦਾਨ ਦੇ ਕਰਕੇ ਮਹਾਰਾਜ ਜੀ ਨੇ ਨਿਵਾਜਿਆ ਹੈ। ਸਤਿਗੁਰੂ ਹੈ ਨਹੀਂ ਦਾਤੇ, ਸਾਰੇ ਸੰਸਾਰ ਦੇ ਜੀ ਮੇਰੇ ਸਤਿਗੁਰਾਂ ਦੇ ਚਰਨਾਂ ਵਿੱਚ ਮੰਗਤੇ ਨੇ। ਆਪਾਂ ਸਭ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਦੇ ਦਰ ਦੇ ਮੰਗਤੇ ਹਾਂ ਭਾਈ। ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਦਾਨ ਦੇ ਕੇ ਨਿਵਾਜਣ ਵਾਲੇ ਐ। ਪਹਿਲਾਂ ਵੀ ਸਤਿਗੁਰਾਂ ਨੇ ਸਾਨੂੰ ਜਿੰਨੇ ਦਾਨ ਦਿੱਤੇ ਆ, ਸਤਿਗੁਰਾਂ ਦੇ ਦਿੱਤੇ ਨੇ ਜੋ ਸਾਡੇ ਕੋਲ ਹੈ। ਹੁਣ ਵੀ ਸਤਿਗੁਰੂ ਜੀ ਦੇ ਰਹੇ ਨੇ। ਆਉਣ ਵਾਲੇ ਸਮੇਂ ਵਿੱਚ ਵੀ ਸਾਡੇ ਦਾਤੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਤੁਸੀਂ ਹੋ। ਤੁਸੀਂ ਸਾਨੂੰ ਦਾਨ ਦੇ ਕੇ ਨਿਵਾਜਣ ਵਾਲੇ ਹੋ। ਇਹੋ ਜਿਹੇ ਦਾਤੇ ਨੇ ਕਿ ਸਾਡੀਆਂ ਖਾਮੀਆਂ, ਸਾਡੇ ਅਪਰਾਧ, ਸਾਡੀਆਂ ਭੁੱਲਾਂ, ਸਾਡੇ ਔਗਣ, ਸਾਡੇ ਅਪਰਾਧ ਵੇਖ ਕੇ ਵੀ ਸਾਨੂੰ ਦਾਨ ਦਿੰਦੇ ਹਨ। ਦੀਨ ਦਿਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਮਹਾਰਾਜ ਤੁਸੀਂ ਸਾਡੇ ਦੋਖ ਵੇਖ ਕੇ ਵੀ ਸਾਨੂੰ ਦੇਂਦਿਆਂ ਨਹੀਂ ਪਿੱਛੇ ਮੂੰਹ ਮੋੜਦੇ, ਐਸੇ ਦੇਣ ਵਾਲੇ ਦਾਤੇ ਹਨ। ਦੁੰਦਪ ਦੀਰਗ ਤੌਸ ਬਾਜੀ। ਬਹੁਤ ਸਾਰੇ ਜਾਚਕ ਆਏ ਗੁਰੂ ਚਰਨਾਂ ਚੋਂ ਮੰਗਦੇ ਐ। ਪ੍ਰਾਣ ਕੇ ਦਵਈਆ, ਦੂਧ ਪੂਤ ਕੇ ਦਵਈਆ, ਰੋਗ ਸੋਗ ਕੇ ਮਟਈਆ, ਕਿਦੋਂ ਮਾਨੀ ਮਹਾਮਾਨ ਹੋ। ਪ੍ਰਾਨ ਕੇ ਬਚਈਆ, दूध पूत के दवैया, रोग सोग के मटैया, किदों मानी महामान हो। रोगन ते अर सोगन ते जल जोगन ते बहु भांत बचावै। सत्रे अनेक चलावत कहावत तन एक न लागन पावै। राखत है अपनो कर दाकर पाप संबूहु न भेटन पावै। और की बात कहाँ कह तो सो पेट ही के पट बीच बचावै। महाराज ऐसे दवैये हन। तो कहते बहुत सारे जाचक महाराज जी का जस करते ने, दान लैके महाराज जी की उपमा करते हैं। दुंदप दीर्घ तौस बाजी। महाराज जी दे बहुत सारे नगारे, वड्डे नगारे छोटे नगारे बजे हैं। सजवाहन त्यार पए सब चाले। जिन्ने वाहन सी सारे तैयार कीते ने, घोड़े ऊंट बलद रथां पालकियां
ਸਭ ਤਿਆਰ ਕੀਤੀਆਂ ਹਨ। ਕੀਤਕ ਸਿਯੰਦਨ ਜਾਤ ਪਲਾਵਤ, ਕਹਿੰਦੇ ਕਈ ਰਥਾਂ ਨੂੰ ਬੜੀ ਤੇਜ਼ੀ ਨਾਲ ਤੋੜਦੇ ਜਾ ਰਹੇ ਨੇ। ਕੀਤਕ ਬਾਜੀ ਕੋ ਦਾਏ ਵਿਸਾਲੇ, ਜਿਹੜੇ ਘੋੜਿਆਂ ਤੇ ਸਵਾਰ ਨੇ ਉਹ ਘੋੜਿਆਂ ਨੂੰ ਕੁਦਾਉਂਦਿਆਂ ਜਾ ਰਹੇ ਨੇ, ਘੋੜਿਆਂ ਨੂੰ ਪਹਿਲਾਂ ਪਵਾਉਂਦੇ ਜਾ ਰਹੇ ਹਨ। ਕੀਤਕ ਬੈਲਨ ਕੀ ਬਹਿਲੇ, ਕਈ ਜਿਹੜੇ ਬਲਦਾਂ ਦੇ ਨਾਲ ਗੱਡੇ ਜੋੜੇ ਹੋਏ ਨੇ ਉਹਨਾਂ ਗੱਡਿਆਂ ਨੂੰ ਬੜੀ ਤੇਜ਼ੀ ਨਾਲ ਤੋੜਦੇ ਬਲਦਾਂ ਨੂੰ ਪ੍ਰੇਰਦੇ ਹਨ। ਉਹ ਦੌਰਤ ਹੈ ਤਨ ਪ੍ਰਾਕਰਮ ਵਾਲੇ, ਕਹਿੰਦੇ ਉਹ ਬਲਦ ਜਿਹੜੇ ਨੇ ਮਹਾਰਾਜ ਜੀ ਦੇ ਪਾਤਸ਼ਾਹ ਜੀ ਦੇ ਆਪਣੇ ਖਜ਼ਾਨੇ ਦੇ ਬਲਦ ਨੇ, ਬੜੇ ਬਲਵਾਨ ਨੇ। ਕਹਿੰਦੇ ਬਹੁਤ ਦੌੜਦੇ ਨੇ, ਥੱਕਦੇ ਨਹੀਂ ਹਨ, ਇੰਨਾ ਤੇਜ਼ੀ ਨਾਲ ਦੌੜਦੇ ਹਨ। ਤੁੰਗਰ ਕੀ ਛਨਕਾਰ ਮਹਾਤੁਨ, ਜਦੋਂ ਬਲਦ ਦੌੜਦੇ ਨੇ ਉਹਨਾਂ ਦੇ ਨਾਲ ਬੱਧੇ ਹੋਏ ਘੁੰਗਰੂ ਜਿਹੜੇ ਨੇ ਉਹ ਖੜਕਦੇ ਐ, ਉਹਨਾਂ ਦੇ ਖੜਾਕ ਦੀ ਆਵਾਜ਼ ਸੁਣਾਈ ਦਿੰਦੀ ਹੈ। ਘੋੜਿਆਂ ਦੇ ਪੌੜਾਂ ਦੀ ਜਿਹੜੀ ਠਾਪ ਹੈ ਉਹ ਸੁਣਾਈ ਦਿੰਦੀ ਹੈ, ਨਾਲ ਘੋੜੇ ਹਿਣਕਦੇ ਨੇ ਉਹ ਆਵਾਜ਼ ਸੁਣਾਈ ਦਿੰਦੀ ਹੈ। ਬਾਦਤ ਕੀ ਮਿਲ ਕਹਤੇ ਸੇ ਨਾਲੇ, ਕਹਿੰਦੇ ਜਿਹੜੇ ਨਾਲ ਸਾਜ਼ ਵੱਜਦੇ ਜਾ ਰਹੇ ਨੇ ਉਹਨਾਂ ਦੇ ਨਾਲ ਉਹ ਆਵਾਜ਼ਾਂ ਮਿਲ ਹੀ ਗਈਆਂ ਨੇ। ਜਿਵੇਂ ਬਲਦਾਂ ਦੇ ਜਿਹੜੇ ਘੁੰਗਰੂ ਜਦੋਂ ਖੜਕਦੇ ਆ ਨਾ, ਉਧਰ ਜਿਹੜੇ ਸਾਜ਼ ਵੱਜ ਰਹੇ ਨੇ, ਢੋਲ ਵੱਜ ਰਹੇ ਨੇ, ਨਫੀਰੀਆਂ ਉਹਨਾਂ ਦੇ ਨਾਲ ਹੀ ਮਿਲ ਗਏ ਨੇ। ਇਦਾਂ ਜਾਪਦਾ ਵੀ ਇਹ ਵੀ ਇੱਕ ਪ੍ਰਕਾਰ ਦਾ ਸਾਜ਼ ਹੀ ਬਣ ਗਿਆ, ਜਿਹੜੇ ਬਲਦਾਂ ਦੇ ਗਲਾਂ ਵਿੱਚ ਪਾਏ ਘੁੰਗਰੂ ਹਨ। ਹਾਸ ਬਿਲਾਸ ਪ੍ਰਕਾਸ਼ਿਤ, ਜਿੰਨੇ ਸਿੱਖ ਦੇ ਹਾਸ ਬਿਲਾਸ ਕਰਦਿਆਂ ਬੜੇ ਖੁਸ਼ ਹੋ ਕੇ, ਬੜੇ ਖੇੜੇ ਨਾਲ ਆਨੰਦਿਤ ਹੋ ਕੇ ਜਾ ਰਹੇ ਨੇ। ਮਿਲ ਆਪਸ ਮੈਂ ਮਨ ਮੋਦੇ ਉਪਾਏ, ਆਪਸ ਵਿੱਚ ਮਿਲਦੇ ਤੇ ਚਾਅ ਨਾਲ ਗੱਲਾਂ ਕਰਦੇ, ਆਪਸ 'ਚ ਰੀਝ ਕੇ ਬਾਤਾਂ ਕਰਦੇ ਹਨ। ਮਾਰਗ ਦੂਰ ਉਲੰਘ ਗਏ, ਇਦਾਂ ਸ਼੍ਰੀ ਤਰਨਤਾਰਨ ਸਾਹਿਬ ਤੋਂ ਚੱਲੇ ਦੂਰ ਤੱਕ ਲੰਮਾ ਪੈਂਡਾ ਤੈਅ ਕਰ ਗਏ। ਨੈ ਜਾਨ ਪਰਿਓ ਪੁਰ ਕੇ ਨਿਆਰਾਏ, ਕਹਿੰਦੇ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਸਫ਼ਰ ਮੁੱਕ ਗਿਆ। ਉਦੋਂ ਪਤਾ ਲੱਗਾ ਜਦੋਂ ਐਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਆ ਗਏ, ਸਾਹਮਣੇ ਸ੍ਰੀ ਅੰਮ੍ਰਿਤਸਰ ਸ਼ਹਿਰ ਨਜ਼ਰ ਆਉਣ ਲੱਗ ਪਿਆ। ਦੂਰ ਕੋ ਆਗੇ ਕਰੇਗਾ ਮਨੀ, ਕਹਿੰਦੇ ਦੌੜ ਕੇ ਅੱਗੇ ਗਏ ਹਨ ਦੱਸਣ ਵਾਸਤੇ ਸ਼ਹਿਰ ਵਿੱਚ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆ ਰਹੇ ਨੇ। ਹਰ ਗੋਵਿੰਦ ਦੂਲੋ ਸ਼ੋਭ ਵਧਾਏ, ਧੰਨ ਗੁਰੂ ਹਰਗੋਬਿੰਦ ਸਾਹਿਬ ਲਾੜੇ ਦੇ ਰੂਪ 'ਚ ਬੜੀ ਸ਼ੋਭਾ ਵਧਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਰਹੇ ਨੇ। ਆਏ ਸੁਦਾਸਰ ਤੀਰ ਗਏ, ਨਗਰ ਵਿੱਚ ਖਬਰ ਪਹੁੰਚ ਗਈ, ਸਤਿਗੁਰੂ ਜੀ ਸੁਦਾਸਰ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਨੇੜੇ ਪਹੁੰਚ ਗਏ। ਤਬ ਬਾਦਤ ਕੀ ਤੁਨ ਉੱਚੇ ਉਠਾਏ, ਜਦੋਂ ਅੰਮ੍ਰਿਤਸਰ ਸਾਹਿਬ ਦੇ ਨੇੜੇ ਆਏ ਤੇ ਬਹੁਤ ਸਾਰੇ ਵਾਜੇ ਸਾਜ਼ ਇੱਕੋ ਵਾਰੀ ਗੱਜ ਪਏ, ਕਿਉਂਕਿ ਸ਼ਹਿਰ ਦੇ ਨੇੜੇ ਆ ਗਏ ਨੇ। ਸਾਰੇ ਜਿੰਨੇ ਸਾਜ਼ ਸਨ ਉਹ ਸਾਜ਼ ਇੱਕੋ ਵਾਰੀ ਵੱਜੇ ਹਨ। ਕਬਿਤ ਮਹਾਦੇਵ ਮੋਰੀ ਉਹ ਮੋਹਨ ਸੋਦਾ ਤੂ ਸਾਥ, ਬਰਾਤ ਵਿੱਚ ਕਿਹੜੇ ਕਿਹੜੇ ਮਹਾਂਪੁਰਖ ਨੇ ਜਿਹੜੇ ਨਾਲ ਆਏ ਨੇ? ਕਹਿੰਦੇ ਬਾਬਾ ਮਹਾਦੇਵ ਜੀ, ਬੜੇ ਹੀ ਮਹਾਂਪੁਰਖ ਨੇ ਖਾਲਸਾ ਜੀ। ਬਾਬਾ ਮਹਾਦੇਵ ਜੀ ਬਹੁਤ ਉੱਚੀ ਅਵਸਥਾ ਦੇ ਮਹਾਂਪੁਰਖ ਮਾਲਕ ਹੋਏ। ਬਾਬਾ ਮਹਾਦੇਵ ਜੀ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਦੇ ਵੱਡੇ ਭਰਾਤਾ ਨੇ, ਧੰਨ ਗੁਰੂ ਰਾਮਦਾਸ ਸਾਹਿਬ ਦੇ ਸੁਪੁੱਤਰ ਹਨ। ਬਾਬਾ ਮਹਾਦੇਵ ਜੀ ਦੀ ਅਵਸਥਾ ਬਾਰੇ ਦੱਸਦੇ ਆ ਮਹਾਂਪੁਰਖ ਕਿ ਹਰ ਵੇਲੇ ਤੁਰਿਆ ਪਦ ਦੇ ਰੰਗ 'ਚ ਰਹਿੰਦੇ ਮਹਾਂਪੁਰਖ ਬਾਬਾ ਮਹਾਦੇਵ ਜੀ। ਸੰਸਾਰ ਵੱਲ ਤਿਨਾਂ ਦਾ ਕਦੇ ਕੋਈ ਧਿਆਨ ਹੀ ਨਹੀਂ ਸੀ। ਐਸੀ ਅਵਸਥਾ 'ਚ ਝੂਲਦੇ ਐ ਜਿੱਥੇ ਨਾ ਊਂਘ ਹੈ ਤੇ ਨਾ ਹੀ ਭੁੱਖ ਹੈ, ਤਿੱਥੇ ਊਂਘ ਨਾ ਭੁੱਖ ਹੈ। ਇਹੋ ਜਿਹੀ ਅਵਸਥਾ ਵਿੱਚ ਬਾਬਾ ਮਹਾਦੇਵ ਜੀ ਟਿਕੇ ਹੋਏ ਨਾਲ ਨੇ, ਬਾਬਾ ਮੋਹਰੀ ਜੀ ਨਾਲ ਨੇ। ਫਿਰ ਬੜੇ ਹੀ ਮਹਾਨ ਤਤਵੇਤਾ ਮਹਾਂਪੁਰਖ ਧੰਨ ਗੁਰੂ ਅਮਰਦਾਸ ਸਾਹਿਬ ਦੇ ਵੱਡੇ ਸਾਹਿਬਜ਼ਾਦੇ, ਜੋ ਹਰ ਵੇਲੇ ਹੀ ਸਮਾਧੀ ਦੀ ਅਵਸਥਾ 'ਚ ਰਹਿਣ ਵਾਲੇ ਮਹਾਂਪੁਰਖ ਸਨ, ਬਾਬਾ ਮੋਹਨ ਜੀ ਨਾਲ ਹਨ। ਮਹਾਦੇਵ ਮੋਰੀ ਉਹ ਮੋਹਨ ਸੋਦਾ ਤੂ ਸਾਥ, ਫਿਰ ਭਾਈ ਬਾਬਾ ਦਾਤੂ ਜੀ ਜੋ ਧੰਨ ਗੁਰੂ ਅੰਗਦ ਦੇਵ ਸਾਹਿਬ ਦੇ ਸਾਹਿਬਜ਼ਾਦੇ ਹਨ। ਬ੍ਰਿਧ ਗੁਰਦਾਸ ਤੇ ਮਸੰਦ ਬ੍ਰਿੰਦ ਆਵਈ, ਮਹਾਨ ਬ੍ਰਹਮ ਗਿਆਨੀ ਮਹਾਂਪੁਰਖ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨਾਲ ਨੇ। ਗੁਰੂ ਘਰ ਦੇ ਮਹਾਨ ਵਿਦਵਾਨ ਮਹਾਨ ਆਚਾਰਿਆ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨਾਲ ਨੇ।
ਇਸੇ ਤਰ੍ਹਾਂ ਮਸੰਦ ਨੇ ਭਾਈ ਉਮਰ ਸ਼ਾਹ ਜੀ ਨਾਲ ਨੇ, ਬੜੇ ਬੜੇ ਨਾਮ ਰਸੀਏ ਗੁਰਸਿੱਖ ਹਨ। ਸੇਵਕ ਉਹ ਸਿੱਖ ਹਰ ਖਾਏ ਦੇਖ ਦੇਖ ਪੁਰ। ਜਿੰਨੇ ਸੇਵਕ ਤੇ ਸਿੱਖ ਨੇ ਜਦੋਂ ਵੇਖਿਆ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਿਆ ਨਾ ਸਾਹਮਣੇ, ਵੇਖ ਵੇਖ ਕੇ ਸਭ ਦੇ ਮਨ 'ਚ ਬੜੀ ਖੁਸ਼ੀ ਹੋਈ। ਆਨੰਦ ਬਿਲੰਦ ਤੇ ਨਾ ਅੰਗਨ ਮੈਂ ਮਾਵਈ। ਕਹਿੰਦੇ ਇੰਨਾ ਆਨੰਦ ਹੈ, ਇੰਨੀ ਖੁਸ਼ੀ ਹੈ ਵੀ ਉਹ ਖੁਸ਼ੀ ਅੰਗਾਂ 'ਚ ਨਹੀਂ ਮੇਵਦੀ, ਉਹ ਖੇੜਾ ਅੰਗਾਂ ਦੇ ਵਿੱਚ ਨਹੀਂ ਮੇਵਦਾ। ਪੱਟੇ ਪਾਣ ਵਟੋਲ ਦੁੰਦ ਪਰ ਨਾ ਪੀਰੀ ਜੁੱਤ। ਪਟਹ ਵੱਜ ਰਹੇ ਨੇ, ਢੋਲ ਵੱਜ ਰਹੇ ਨੇ, ਨਗਾਰੇ ਵੱਜ ਰਹੇ ਨੇ, ਇਸੇ ਤਰ੍ਹਾਂ ਬਹੁਤ ਸਾਰੀਆਂ ਨਫੀਰੀਆਂ ਵੱਜ ਰਹੀਆਂ ਹਨ। ਕੌਂਸਾ ਕੀ ਤੁੰਕਾਰ ਤੁਨ ਅਦ ਤੇ ਉਠਾਵਈ। ਵੱਡੇ ਨਗਾਰੇ ਵੱਜ ਰਹੇ ਨੇ, ਛੁਤਰੀ ਨਗਾਰੇ ਵੱਜ ਰਹੇ ਨੇ, ਜਿਨ੍ਹਾਂ ਦੀ ਆਵਾਜ਼ ਦੂਰ ਤੱਕ ਸੁਣਾਈ ਦਿੰਦੀ ਹੈ। ਟੱਪ ਅਰ ਬੰਸਰੀ ਬਜਾਈ ਐਲ ਗੈਲ ਪਇਓ। ਟੱਪ ਵੱਜਦੇ ਹਨ, ਬਾਂਸਰੀਆਂ ਵੱਜਦੀਆਂ ਨੇ, ਐਲ ਗੈਲ ਆਲੇ ਦੁਆਲੇ ਇਹ ਸਾਰੇ ਸਾਜ਼ ਵੱਜ ਰਹੇ ਨੇ। ਸੁਤਰੀ ਸੁਤੁਰਰੀ ਸ਼ਬਦ ਕੋ ਸੁਣਾਵਈ। ਇਸੇ ਤਰ੍ਹਾਂ ਸੁਥਰੀਆਂ ਵੱਜ ਰਹੀਆਂ ਨੇ, ਤੁਰਰੀਆਂ ਵੱਜ ਰਹੀਆਂ ਨੇ, ਜਿਨ੍ਹਾਂ ਇਹ ਪੁਰਾਣੇ ਸਾਜ਼ ਨੇ ਗੁਰੂ ਖਾਲਸਾ ਜੀ, ਜਿਹੜੇ ਹੁਣ ਤਕਰੀਬਨ ਕੁੱਲ ਮਿਲਾ ਕੇ ਅਲੋਪ ਹੀ ਹੋ ਚੱਲੇ ਹਨ। ਇਹ ਬੜੇ ਬੜੇ ਸਾਜ਼ ਵੱਜਦੇ ਜਾ ਰਹੇ ਹਨ। ਸੋਨੀ ਤੁਨ ਗੰਗ ਪਈ ਆਨੰਦ ਕੇ ਸੰਗ। ਸਤਿਕਾਰਯੋਗ ਮਾਤਾ ਗੰਗਾ ਜੀ ਨੇ ਜਦੋਂ ਇਹਨਾਂ ਸਾਜ਼ਾਂ ਦੀ ਆਵਾਜ਼ ਸੁਣੀ, ਇੱਕਦਮ ਹਿਰਦੇ 'ਚ ਆਨੰਦ ਵਧਿਆ ਕਿ ਮੇਰੇ ਸਾਹਿਬ ਜੀ, ਮੇਰੇ ਲਾਲ ਜੀ ਵਾਪਸ ਆਏ ਹਨ। ਤੇਰੇ ਦੇ ਤੇ ਉਮੰਗ ਸਾਜ ਮੰਗਲ ਵਿਸਾਲ ਕੋ। ਮਾਤਾ ਗੰਗਾ ਜੀ ਦੇ ਹਿਰਦੇ 'ਚ ਬੜਾ ਹੀ ਆਨੰਦ ਉਮ ਗਿਆ, ਬਹੁਤ ਹੀ ਖੁਸ਼ੀ ਤੇ ਬਹੁਤ ਹੀ ਚਾਅ ਪੈਦਾ ਹੋਇਆ ਕਿ ਮੈਂ ਆਪਣੀ ਨੂੰਹ ਰਾਣੀ ਨੂੰ ਆਪਣੇ ਪੁੱਤ ਸਮੇਤ ਵੇਖਾਂਗੀ। ਬ੍ਰਿੰਦ ਕੀਨ ਅੰਗਨਾ ਸੋ ਅੰਗਨ ਮੈਂ ਅੰਗ ਸ਼ੁਭ। ਬਹੁਤ ਸਾਰੀਆਂ ਇਸਤਰੀਆਂ ਮਾਤਾ ਗੰਗਾ ਜੀ ਦੇ ਕੋਲ ਘਰ 'ਚ ਆਣ ਕੇ ਇਕੱਠੀਆਂ ਹੋ ਗਈਆਂ। ਜਿਹੜੀਆਂ ਸ਼ਹਿਰ ਦੇ ਵਿੱਚ ਰਹਿੰਦੀਆਂ ਸੀ ਸ੍ਰੀ ਅੰਮ੍ਰਿਤਸਰ ਸਾਹਿਬ, ਉਹ ਬਹੁਤ ਸਾਰੀਆਂ ਇਸਤਰੀਆਂ ਇਕੱਤਰ ਹੋ ਗਈਆਂ ਲਾੜੀ ਨੂੰ ਵੇਖਣ ਲਈ। ਅੰਗਨ ਮੈਂ ਮੇਵੇ ਨੇ ਦੇਖ ਮੋਦ ਮੋਦ ਜਾਲ ਕੋ। ਇੰਨਾ ਆਨੰਦ ਆ ਮਾਤਾ ਗੰਗਾ ਜੀ ਦੇ ਹਿਰਦੇ 'ਚ ਵੀ ਉਹ ਅੰਗ ਅੰਗਾਂ ਵਿੱਚ ਨਹੀਂ ਮੇਵਦਾ। ਆਲੇ ਦੁਆਲੇ ਸਾਰੀਆਂ ਸਖੀਆਂ ਨੂੰ, ਇਸਤਰੀਆਂ ਨੂੰ, ਇਹ ਸਾਰੇ ਉਤਸਵ ਨੂੰ ਵੇਖ ਵੇਖ ਕੇ ਭਾਰੀ ਆਨੰਦ ਉਮਗ ਰਿਹਾ ਹੈ। ਦਾਤੂ ਦਾਰਾ ਮੋਹਨ ਉਹ ਮੋਰੀ ਕੀ ਦਾਰਾ ਸੰਗ। ਬਾਬੇ ਦਾਤੂ ਦੀ ਘਰ ਵਾਲੀ ਪਹਿਲਾਂ ਹੀ ਇੱਥੇ ਹਾਜ਼ਰ ਸੀ, ਕਿਉਂਕਿ ਉਹ ਪਹਿਲਾਂ ਮੇਲ ਦੇ ਰੂਪ 'ਚ ਆ ਗਏ ਸਨ। ਇਸੇ ਤਰ੍ਹਾਂ ਬਾਬਾ ਮੋਹਨ ਜੀ ਦਾ ਪਰਿਵਾਰ, ਬਾਬਾ ਮੋਹਰੀ ਜੀ ਦੀ ਘਰ ਵਾਲੀ, ਇਹ ਸਾਰੇ ਮਾਤਾ ਗੰਗਾ ਜੀ ਦੇ ਕੋਲ ਘਰ 'ਚ ਪਹਿਲਾਂ ਹੀ ਹਾਜ਼ਰ ਸਨ। ਔਰ ਗਿਨੋ ਕੌਣ ਕੌਣ ਮਿਲੀ ਧੁਨ ਬਾਲ ਕੋ। ਕਹਿੰਦੇ ਹੋਰ ਕਿਹਦੀ ਕਿਹਦੀ ਗਿਣਤੀ ਕਰੀਏ ਵੀ ਕਿਹੜੀਆਂ ਕਿਹੜੀਆਂ ਇਸਤਰੀਆਂ। ਕਹਿੰਦੇ ਇਹ ਤਾਂ ਸਾਰੀਆਂ ਆਈਆਂ ਨੇ ਧਰਤੀ ਤੋਂ ਇਸਤਰੀਆਂ। ਉਧਰ ਦੇਵ ਬਧੂਟੀਆਂ ਆਕਾਸ਼ ਵਿੱਚੋਂ ਇਸਤਰੀਆਂ ਦਾ ਰੂਪ ਲੈ ਕੇ ਧਰਤੀ ਤੇ ਆਈਆਂ ਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਉਤਸਵ ਨੂੰ ਵੇਖਣ ਲਈ। ਤੇ ਵੇਖ ਵੇਖ ਕੇ ਬਾਕੀ ਹੈਰਾਨ ਹੋ ਕੇ ਇੱਕ ਦੂਜੀ ਨੂੰ ਪੁੱਛਦੀਆਂ, ਸਖੀਏ ਇਸਤਰੀ ਕਿਹੜੇ ਨਗਰ ਤੋਂ ਆਈ, ਪਹਿਲਾਂ ਕਦੇ ਵੇਖੀ ਨਹੀਂ ਇੱਥੇ। ਇਉਂ ਪੁੱਛਦੀਆਂ। ਉਹ ਕਹਿੰਦੇ ਗੁਰੂ ਘਰ ਹੈ, ਇੱਥੇ ਖਬਰੇ ਕਿੱਥੋਂ ਕਿੱਥੋਂ ਸੰਗਤ ਆਉਂਦੀ ਹੈ, ਆਏ ਹੋਣਗੇ ਕਿਸੇ ਨਗਰ ਤੋਂ। ਇਹੋ ਜਿਹਾ ਉਤਸਵ, ਇਹੋ ਜਿਹਾ ਚਾਅ ਵਰਤ ਰਿਹਾ। ਦੀਤੇ ਵਧਾਈ ਲੈ ਤੇ ਸੋਗੁਨੀ ਚੜਾਈ ਸੀਸ। ਮਾਤਾ ਜੀ ਨੂੰ ਆਣ ਆਣ ਕੇ ਇਸਤਰੀਆਂ ਵਧਾਈ ਦਿੰਦੀਆਂ। ਮਾਤਾ ਜੀ ਉਹ ਵਧਾਈ 100 ਗੁਣਾ ਲੈ ਕਰਕੇ ਪ੍ਰਵਾਨ ਕਰਦੇ ਹਨ। ਸਭ ਉਮਹਾਈ ਦੇਖ ਬੇਕੋ ਬਦੂ ਬਾਲ ਕੋ। ਸਭ ਉਮਹਾ ਕੇ ਚਾਅ ਨਾਲ ਆਈਆਂ। ਕਹਿੰਦੀ ਲਾੜੀ ਨੂੰ, ਕਹਿੰਦੀਆਂ ਲਾੜੀ ਨੂੰ ਵੀ ਵੇਖਾਂਗੀਆਂ ਤੇ ਲਾੜੇ ਨੂੰ ਵੀ ਵੇਖਾਂਗੀਆਂ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਾਂਗੇ, ਨਾਲੇ ਉਹਨਾਂ ਦੇ ਨਾਲ ਉਹਨਾਂ ਦੀ ਧਰਮ ਸੁਪਤਨੀ, ਉਹਨਾਂ ਦੇ ਮਹਿਲਾਂ ਦੇ ਦੀਦਾਰ ਕਰਾਂਗੇ। ਡਾਰੇ ਤਨ ਵਾਰ ਵਾਰ ਸ਼੍ਰੀ ਗੁਰ ਉਦਾਰ ਚਿਤ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬੇਅੰਤ ਮਾਇਆ ਦੇ ਗੱਫੇ ਖੁੱਲੇ ਵਰਤਾਰੇ ਨੇ। ਜਿਹੜਾ ਕੋਈ ਗਵਈਆ, ਜਿਹੜਾ ਕੋਈ ਸਾਜ਼ ਵਜਾਉਣ ਵਾਲਾ, ਜਿਹੜਾ ਕੋਈ ਪੱਟ, ਜਿਹੜਾ ਕੋਈ ਮਰਾਸ਼ੀ, ਜਿਹੜਾ ਕੋਈ ਕਲਾਵਤ ਆ ਕੇ ਮਹਾਰਾਜ ਜੀ ਕੋਲੋਂ ਦਾਨ ਮੰਗਦਾ, ਸਤਿਗੁਰੂ ਸਭ ਦੀਆਂ ਝੋਲੀਆਂ ਭਰਦੇ ਨੇ। ਮਿਲੇ ਨਾਰ ਨਾਰ ਮੋਦ ਤਾਰਪੁਰ ਬਰੇ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਹੁਤ ਸਾਰੇ ਨਰ ਨਾਰੀਆਂ ਸੰਗਤਾਂ ਅੱਗੇ ਆਣ ਕੇ ਮਿਲੇ, ਬੜੇ ਚਾਅ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਵਾਗਤ ਕਰਕੇ ਮਿਲੇ ਹਨ। ਸੋ ਜਸ ਪਸਾਰ ਕਰ ਜੋਰੀ ਗਈ ਦੁਆਰ ਨਿਜ। ਕਹਿੰਦੇ ਸੁਜਸ ਪਸਾਰ ਕੇ ਸਾਰੇ ਪਾਸੇ ਮਹਿਮਾ ਪਸਰੀ। ਜੋੜੀ ਜਿਹੜੀ ਬਣੀ ਆ ਨਵੀਂ ਸੁਭਾਗ ਜੋੜੀ, ਇਹ
ਜੋੜੀ ਮਹਿਲਾਂ ਵਿੱਚ ਆਈ। ਗੰਗ ਨੇ ਨਿਹਾਰ ਸੁਤ ਰੀਤ ਗਨ ਕਰਿਐ। ਜਦੋਂ ਜੋੜੀ ਘਰ ਆਈ ਨਾ ਮਹਿਲਾਂ 'ਚ ਤੇ ਮਾਤਾ ਗੰਗਾ ਜੀ ਨੇ ਦਰਸ਼ਨ ਕੀਤੇ। ਸੁਭਾਗ ਜੋੜੀ ਨੂੰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਤੇ ਮਾਂ ਦਮੋਦਰੀ ਦੇ ਦਰਸ਼ਨ ਕੀਤੇ। ਮਾਤਾ ਜੀ ਇਸ ਜੋੜੀ ਤੋਂ ਵਾਰੇ-ਵਾਰੇ ਜਾਂਦੇ, ਬਲਿਹਾਰ ਬਲਿਹਾਰ ਜਾਂਦੇ, ਵਾਰੇ-ਵਾਰੇ ਜਾਂਦੇ। ਸਹਿਤ ਸੁਨੁਖਾ ਲੀਨ ਜੋਖ ਤਾਕੋ ਪੁੰਜ ਸੰਗ। ਕਹਿੰਦੇ ਵੇਖਿਆ ਸਹਿਤ ਸਨੂਖਾ ਆਪਣੇ ਪੁੱਤ ਨੂੰ ਆਪਣੀ ਬਹੂ ਰਾਣੀ ਦੇ ਸਮੇਤ, ਸਨੂਖਾ ਕਹਿੰਦੇ ਨੂੰਹ ਰਾਣੀ ਦੇ ਸਮੇਤ ਵੇਖਿਆ ਮਾਤਾ ਜੀ ਨੇ। ਬਾਕੀ ਦੀਆਂ ਜਿੰਨੀਆਂ ਇਸਤਰੀਆਂ ਨੇ ਉਹਨਾਂ ਨੇ ਵੀ ਦਰਸ਼ਨ ਕੀਤੇ। ਬੰਦਨਾ ਕਹਿਤ ਹਰ ਮੰਦਰ ਕੋ ਮੂਰੇ ਹੈ। ਤੋ ਮਾਤਾ ਜੀ ਨੇ ਆਖਿਆ ਚਲੋ ਲਾਲ ਜੀ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚੱਲ ਕੇ ਮੱਥਾ ਟੇਕੀਏ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ 'ਚ। ਮਹਾਰਾਜ ਜੀ ਦਾ ਸ਼ੁਕਰਾਨਾ ਕਰੀਏ ਜਿਨ੍ਹਾਂ ਦੀ ਦਇਆ ਮਾਇਆ ਨਾਲੇ ਸਾਰੇ ਕਾਰਜ ਸੰਪੰਨ ਹੋਏ ਐ। ਤੋ ਮਾਤਾ ਜੀ ਨੇ ਸੁਭਾਗ ਜੋੜੀ ਨੂੰ ਨਾਲ ਲੈ ਕਰਕੇ ਦਰਬਾਰ ਸਾਹਿਬ ਵਾਲੇ ਪਾਸੇ ਪ੍ਰਸਥਾਨ ਕੀਤਾ ਹੈ। ਤਿਆਗਿਆ ਸਵਾਰੀ ਲਏ ਮੋਦਕ ਕੋ ਥਾਰ ਪਰ। ਸਵਾਰੀਆਂ ਸਭ ਨੇ ਛੱਡ ਦਿੱਤੀਆਂ। ਮਾਤਾ ਜੀ ਹੋਣਾ ਨੇ ਸਤਿਗੁਰੂ ਜੀ ਨੇ ਨਾਲ ਚੱਲਣਾ ਕੀਤਾ। ਕਹਿੰਦੇ ਲੱਡੂਆਂ ਦੇ ਵੱਡੇ ਵੱਡੇ ਥਾਲ ਭਰ ਲਏ ਹਨ। ਸਗਰੀ ਪਦਾਰੀ ਗੀਤ ਗਾਏ ਪ੍ਰੀਤ ਤਰਿਐ। ਮਾਤਾ ਜੀ ਦੇ ਨਾਲ ਜਿੰਨੀਆਂ ਇਸਤਰੀਆਂ ਸਭ ਪੈਦਲ ਚੱਲ ਰਹੀਆਂ ਗੁਰੂ ਕੇ ਮਹਿਲਾਂ ਤੋਂ ਦਰਬਾਰ ਸਾਹਿਬ ਵੱਲ ਆ ਰਹੀਆਂ ਹਨ। ਸਨੇ ਸਨੇ ਗਏ ਸੰਗ ਬਾਦਤ ਬਜਾਏ ਗਨ। ਸਹਿਜੇ ਸਹਿਜੇ ਟੁਰੇ ਜਾਂਦੇ, ਨਾਲ ਕਈ ਤਰ੍ਹਾਂ ਦੇ ਸਾਜ਼ ਵੱਜਦੇ ਜਾ ਰਹੇ ਨੇ। ਜਾਚਿਤ ਜੋ ਆਏ ਤਨ ਪਾਏ ਹਰ ਖਾਏ ਕੈ। ਜਿਹੜਾ ਕੋਈ ਜਾਚਕ ਆਉਂਦਾ ਉਹਨੂੰ ਮੂੰਹ ਮੰਗਿਆ ਧਨ ਪ੍ਰਾਪਤ ਹੁੰਦਾ ਮਾਤਾ ਗੰਗਾ ਜੀ ਦੇ ਪਾਸੋਂ। ਤੀਰਥ ਕੇ ਤੀਰ ਪਰ ਭਈ ਬਹੁ ਪੀਰ ਤਾਹਾਂ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਬਹੁਤ ਸੰਗਤ ਇਕੱਤਰ ਹੋਈ। ਇੰਨੀ ਸੰਗਤ ਵੀ ਤਿਲ ਸੁੱਟਣ ਨੂੰ ਥਾਂ ਨਹੀਂ ਲੱਭਦੀ। ਬੰਦਨਾ ਕਰਤ ਨਰ ਨਾਰੀ ਸੀਸ ਨਿਆਏ ਕੈ। ਸਭ ਬੰਦਨਾ ਕਰਦੇ ਸੀਸ ਝੁਕਾਉਂਦੇ ਜਿੰਨੇ ਨਰ ਨਾਰੀਆਂ ਹਨ। ਅੰਤਰ ਪ੍ਰਵੇਸ਼ ਹੋਏ ਸੇਤ ਪੈ ਗਮਨ ਕਰੇ। ਅੰਦਰ ਪ੍ਰਵੇਸ਼ ਕੀਤਾ। ਦਰਬਾਰ ਸਾਹਿਬ ਪਹਿਲਾਂ ਦਰਸ਼ਨੀ ਡੋੜੀ ਤੇ ਮੱਥਾ ਟੇਕਿਆ। ਫਿਰ ਜੋ ਸਰੋਵਰ ਤੇ ਮਹਾਰਾਜ ਜੀ ਨੇ ਪੁਲ ਬੱਧਾ ਹੈ ਉਹ ਮਾਨੋ ਪੁਲ ਸੱਚਖੰਡ ਤੱਕ ਜਾਣ ਵਾਸਤੇ ਬੱਧਾ ਮਾਰੇ ਸਤਿਗੁਰੂ ਪੰਜਵੇਂ ਪਾਤਸ਼ਾਹ ਨੇ। ਉਸ ਪੁਲ ਤੋਂ ਕਹਿੰਦੇ ਲੰਘ ਕੇ ਜਾਣ ਲੱਗੇ। ਤੇਰੇ ਹਰ ਮੰਦਰ ਅਗਾਰੀ ਔਰ ਪਾਏ ਕੈ। ਸਨਮੁਖ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਏ ਨੇ। ਸਨਮੁਖ ਖਲੋਤੇ ਨੇ, ਮਾਤਾ ਜੀ ਖੜੇ ਨੇ। ਬਹੁਤ ਸਾਰੀਆਂ ਇਸਤਰੀਆਂ, ਧੰਨ ਗੁਰੂ ਹਰਗੋਬਿੰਦ ਸਾਹਿਬ, ਮਾਤਾ ਦਮੋਦਰੀ ਜੀ ਖੜੇ ਹਨ। ਦੇਕਰ ਦਰਬ ਅਰਦਾਸ ਤੋ ਕਰਾਇਓ ਖਰੀ। ਮਾਤਾ ਜੀ ਨੇ ਮੇਵੜਿਆਂ ਨੂੰ ਮਾਇਆ ਦਿੱਤੀ ਹੈ। ਜਿਹੜੇ ਮੇਵੜੇ ਅਰਦਾਸੀ ਅਰਦਾਸ ਕਰਨ ਵਾਲੇ ਸਨ ਉਹਨਾਂ ਨੂੰ ਮਾਇਆ ਦੇ ਕੇ ਮਾਤਾ ਜੀ ਨੇ ਧੰਨ ਗੁਰੂ ਰਾਮਦਾਸ ਸਾਹਿਬ ਵੱਡਿਆਂ ਸਤਿਗੁਰਾਂ ਦੇ ਸ਼ੁਕਰਾਨੇ ਦੀ ਅਰਦਾਸ ਕਰਵਾਈ ਹੈ। ਜੋਰ ਜੁਗ ਹੱਥਨ ਕੋ ਬੰਦੇ ਪਾਲ ਲਾਇ ਕੈ। ਦੋਵੇਂ ਹੱਥ ਜੋੜ ਕੇ ਜ਼ਮੀਨ ਤੇ ਮੱਥਾ ਧਰ ਕੇ ਬੜੇ ਅਦਬ ਨਾਲ ਮੱਥਾ ਟੇਕਦੇ ਹਨ। ਬਾਂਟ ਕੇ ਪ੍ਰਸਾਦ ਅਹਿਲਾਦ ਕੇ ਅਗਾਰੀ ਕਰ। ਬੜਾ ਪ੍ਰਸ਼ਾਦ ਦੀ ਦੇਗ ਭੇਟਾ ਕੀਤੀ, ਦੇਗ ਵੰਡੀ ਗਈ। ਲੱਡੂ ਆਦਿਕ ਜਿਹੜੇ ਮਠਿਆਈਆਂ ਪੱਕੀਆਂ ਬਣੀਆਂ ਸਨ ਉਹ ਵੰਡੀਆਂ ਗਈਆਂ। ਦੀਨ ਹੈ ਪਰਦਚਨਾ ਪੀਰੇ ਸੋ ਚਾਰ ਬਾਰੇ। ਕਹਿੰਦੇ ਚਾਰ ਪ੍ਰਕਰਮਾਂ ਕੀਤੀਆਂ ਮਾਤਾ ਜੀ ਨੇ ਸੁਭਾਗ ਜੋੜੀ ਨੂੰ ਨਾਲ ਲੈ ਕੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਜਿਹੜੀਆਂ ਛੋਟੀਆਂ ਪ੍ਰਕਰਮਾਂ ਨੇ ਅੰਦਰਲੀਆਂ ਉਹ ਚਾਰ ਪ੍ਰਕਰਮਾਂ ਕੀਤੀਆਂ ਹਨ। ਸਤਿਗੁਰੂ ਰਾਮਦਾਸ ਚਰਨ ਮਨਾਏ ਚੱਲੇ। ਚਾਰ ਪ੍ਰਕਰਮਾਂ ਕਿਉਂ ਕੀਤੀਆਂ? ਪਹਿਲੀ ਪ੍ਰਕਰਮਾ ਕੀਤੀ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰ ਕੇ। ਦੂਜੀ ਪ੍ਰਕਰਮਾ ਕੀਤੀ ਧੰਨ ਗੁਰੂ ਅੰਗਦ ਦੇਵ ਸਾਹਿਬ ਦਾ ਧਿਆਨ ਧਾਰ ਕੇ। ਤੀਸਰੀ ਪ੍ਰਕਰਮਾ ਜਗਤ ਗੁਰੂ ਗੁਰੂ ਅਮਰਦਾਸ ਸਾਹਿਬ ਦਾ ਧਿਆਨ ਧਾਰ ਕੇ। ਤੇ ਚੌਥੀ ਮਹਾਰਾਜ ਗੁਰੂ ਰਾਮਦਾਸ ਸਾਹਿਬ ਦਾ ਧਿਆਨ ਧਾਰ ਕੇ। ਇਉਂ ਚਾਰ ਪ੍ਰਕਰਮਾ ਕਰਕੇ ਬੰਦਨਾ ਕੀਤੀ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨ ਮਨਾਏ ਹਨ। ਆਪਨੇ ਸਦਨ ਕੋ ਅਨੇਕ ਨਰ ਨਾਰੇ। ਤੇ ਵਾਪਸ ਆਪਣੇ ਮਹਿਲਾਂ ਨੂੰ, ਗੁਰੂ ਕੇ ਮਹਿਲਾਂ ਨੂੰ ਮਾਤਾ ਜੀ ਪਰਤੇ ਨੇ। ਬਹੁਤ ਸਾਰੇ ਨਰ ਨਾਰੀਆਂ ਨਾਲ ਹਨ। ਬਾਦਤ ਬਜਤੇ ਆਗੇ ਗਾਵੇਂ ਤ੍ਰੀਆਂ ਪਾਛੇ ਲੱਗੇ। ਬਹੁਤ ਸਾਰੇ ਸਾਜ਼ ਵੱਜਦੇ ਜਾ ਰਹੇ ਨੇ। ਇਸਤਰੀਆਂ ਨਾਲ ਨਾਲ ਗੁਰੂ ਕੇ ਮੰਗਲਾਚਾਰ ਗਾਇਨ ਕਰਦੀਆਂ ਜਾ ਰਹੀਆਂ ਨੇ। ਸਬਨ ਮਜ਼ਾਰ ਜੋਰੀ ਸ਼ੋਭਤ ਉਧਾਰੇ। ਸਾਰਿਆਂ ਵਿੱਚ ਜੋੜੀ ਬੜੀ ਸੋਹਣੀ ਸ਼ੋਭਨੀਕ ਹੋ ਰਹੀ ਹੈ। ਜਿੰਨੀ ਸੰਗਤ ਹੈ ਸਭ ਵਿੱਚ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਤੇ ਮਾਤਾ ਦਮੋਦਰੀ ਜੀ ਦੀ ਜੋੜੀ ਬੜੀ ਸ਼ੋਭਨੀਕ ਹੋ ਰਹੀ ਹੈ। ਚਿਤਰਾ ਕੇ ਸਮੇਤ ਚੰਦ ਆਨੰਦ ਬਿਲੰਦ ਕਰ। ਕਹਿੰਦੇ ਚੰਦਰਮਾ ਨਾ ਤੇ ਚੰਦਰਮਾ ਦੀ ਘਰ ਵਾਲੀ ਹੈ ਚਿਤਰਾ। ਉਦਾਹਰਣ ਦਿੰਦੇ ਆ ਮਾਂ ਕਵੀ ਜੀ।
ਕਹਿੰਦੇ ਇਉਂ ਲੱਗਦਾ ਕਿ ਜਿਵੇਂ ਚੰਦਰਮਾ ਚਿਤਰਾ ਸਹਿਤ ਆ ਰਹੇ ਹਨ। ਇਹ ਕੇਵਲ ਉਦਾਹਰਣ ਦਾ ਇੱਕ ਪੱਖ ਹੈ। ਇਹਦਾ ਮਤਲਬ ਇਹ ਨਹੀਂ ਕਿ ਗੁਰੂ ਪਾਤਸ਼ਾਹ ਨੂੰ ਚੰਦਰਮਾ ਤੇ ਮਾਤਾ ਨੂੰ ਚਿਤਰਾ ਕਿਹਾ। ਜੇ ਕਹਿਣਾ ਵੀ ਤੇਰਾ ਚਿਹਰਾ ਸੂਰਜ ਵਾਂਗੂ ਹੈ ਤੇ ਉਹਦਾ ਮਤਲਬ ਇਹ ਹੈ ਵੀ ਸੂਰਜ ਵਾਂਗੂ ਚਮਕਦਾ ਹੈ। ਹੁਣ ਜੇ ਕੋਈ ਆਖੇ ਵੀ ਸੂਰਜ ਤਾਂ ਸਾੜਦਾ ਤੇ ਤੈਨੂੰ ਮੈਂ ਸਾੜਦਾ, ਉਦਾਹਰਣ ਦਾ ਦੂਸਰਾ ਪੱਖ ਤਾਂ ਇਹ ਹੈ ਵੀ ਸੂਰਜ ਤਾਂ ਸਾੜਦਾ, ਤੂੰ ਮੇਰੇ ਤੋਂ ਸੜਦਾ। ਉਹ ਉਦਾਹਰਣ ਦਾ ਪੱਖ ਕੇਵਲ ਇੱਕ ਪੱਖ ਲਿਆ ਜਾਂਦਾ। ਇੱਥੇ ਉਦਾਹਰਣ ਦਿੱਤੀ ਜਾ ਰਹੀ ਇੱਕ ਪੱਖ ਲੈਣਾ। ਕਹਿੰਦੇ ਜਿਵੇਂ ਚਿਤਰਾ ਸਹਿਤ ਚੰਦਰਮਾ ਆਉਂਦਾ, ਏਦਾਂ ਜਾਪਦਾ ਗੁਰੂ ਹਰਗੋਬਿੰਦ ਸਾਹਿਬ ਮਾਤਾ ਦਮੋਦਰੀ ਜੀ ਦੇ ਸਹਿਤ ਆ ਰਹੇ ਨੇ। ਪੂਜ ਦੇਵ ਗੁਰੂ ਕੋ ਚਲਤ ਮਨੋ ਚਾਰੂ ਐ। ਪੂਜ ਦੇਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਲ ਜਾ ਰਹੇ ਹਨ। ਦੇਵ ਕੀ ਮਨਿੰਦ ਸ਼ਾਮ ਕੰਨ ਸਤ ਭਾਮਾ ਜੁਤ। ਜਾਂ ਇਉਂ ਕਹਿ ਲੋ ਕਿ ਮਾਤਾ ਦੇਵਕੀ ਜੀ ਦੁਆਪਰ ਯੁੱਗ ਦੇ ਭਗਵਾਨ ਕ੍ਰਿਸ਼ਨ ਜੀ ਸੱਤ ਭਾਮਾਂ ਨੂੰ ਜਦੋਂ ਵਿਆਹ ਕੇ ਲਿਆਏ ਤੇ ਉਹਨਾਂ ਦੇ ਨਾਲ ਉਹਨਾਂ ਦੀ ਮਾਤਾ ਜਾ ਰਹੀ ਸੀ ਦੇਵਕੀ। ਦੁਆਪਰ ਯੁੱਗ ਦੇ ਭਗਵਾਨ ਨੇ ਭਗਵਾਨ ਕ੍ਰਿਸ਼ਨ ਜੀ। ਕਹਿੰਦੇ ਕਲਯੁਗ ਦੇ ਅਵਤਾਰ ਨੇ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਮਾਤਾ ਦਮੋਦਰੀ ਜੀ ਨੂੰ ਵਿਆਹ ਕੇ ਲੈ ਕੇ ਜਾ ਰਹੇ ਨੇ ਤੇ ਸਤਿਕਾਰਯੋਗ ਪੂਜਨੀਕ ਮਾਤਾ ਗੰਗਾ ਜੀ ਨਾਲ ਫੱਬ ਰਹੇ ਨੇ, ਸ਼ੋਭਨੀਕ ਹੋ ਰਹੇ ਨੇ। ਮਨ ਕੁਲ ਵੱਡੋ ਪੂਜ ਜਾਤ ਨਿਜ ਦੁਆਰੇ। ਔਰ ਆਪਣੇ ਵੱਡਿਆਂ ਦੀ ਕੁੱਲ ਦੀ ਪੂਜਾ ਕਰਕੇ, ਵੱਡਿਆਂ ਦੀ ਪੂਜਾ ਕਰਕੇ ਮਹਿਲਾਂ ਨੂੰ ਜਾ ਰਹੇ ਨੇ। ਮੰਦ ਮੰਦ ਗਮਨਤ ਗਏ ਨਿਜ ਮੰਦਰ ਕੋ। ਕਹਿੰਦੇ ਸਹਿਜੇ ਸਹਿਜੇ ਚਲਦਿਆਂ ਚਲਦਿਆਂ ਆਪਣੇ ਮਹਿਲਾਂ ਚ ਆਏ ਨੇ ਮਾਤਾ ਜੀ ਸਤਿਗੁਰਾਂ ਦੇ ਸਮੇਤ। ਸੁੰਦਰ ਫਰਸ਼ ਜਾਂ ਆਸਨ ਉਦਾਰਿਆ। ਅੱਗੇ ਬੜੇ ਸੋਹਣੇ ਫਰਸ਼ ਵਿਛਾਏ ਨੇ, ਸੋਹਣੇ ਗਲੀਚੇ ਵਿਛਾਏ ਨੇ, ਸੋਹਣੇ ਆਸਣ ਲਾਏ ਨੇ ਬੈਠਣ ਵਾਸਤੇ। ਸਹਿਤ ਸੁਨੁਖਾ ਸੁਤ ਹੀਰਥ ਹਰਖ ਚਿਤ। ਜਾ ਕੇ ਆਪਣੇ ਪੁੱਤਰ ਨੂੰ ਔਰ ਆਪਣੀ ਨੂੰਹ ਰਾਣੀ ਨੂੰ ਮਾਤਾ ਜੀ ਨੇ ਬਿਠਾਇਆ ਜਿੱਥੇ ਆਸਣ ਲਾਇਆ। ਸਾਹਮਣੇ ਬਿਠਾ ਕੇ ਮਾਤਾ ਗੰਗਾ ਜੀ ਦਰਸ਼ਨ ਕਰਦੇ ਵੇਖਦੇ। ਗੰਗਾ ਕੋ ਆਨੰਦ ਕਿਮ ਕਰੇ ਤੋ ਉਚਾਰੇ। ਮਾਤਾ ਗੰਗਾ ਜੀ ਦੇ ਹਿਰਦੇ 'ਚ ਜਿਹੜਾ ਆਨੰਦ ਹੈ ਨਾ, ਉਹ ਆਨੰਦ ਕਿਹੜਾ ਇਹੋ ਜਿਹਾ ਕਵੀ ਹੈ ਜਿਹੜਾ ਬਿਆਨ ਕਰਕੇ ਦੱਸ ਸਕੇ ਵੀ ਮਾਤਾ ਦੇ ਹਿਰਦੇ ਵਿੱਚ ਅੱਜ ਕਿਹੋ ਜਿਹਾ ਆਨੰਦ ਹੈ। ਉਸ ਖੁਸ਼ੀ ਨੂੰ, ਉਸ ਆਨੰਦ ਨੂੰ ਵਰਣਨ ਕਰਕੇ ਨਹੀਂ ਕਹਿ ਕੇ ਸੁਣਾਇਆ ਜਾ ਸਕਦਾ। ਜਥਾ ਜੋਗ ਸਗਰੀ ਬਿਠਾਈ ਸਨਮਾਨ ਕਰੇ। ਬਾਬਾ ਮੋਹਣ ਜੀ ਦੀ ਘਰਵਾਲੀ, ਬਾਬਾ ਮੋਹਰੀ ਜੀ ਦੀ ਘਰਵਾਲੀ, ਬਾਬੇ ਦਾਤੂ ਦੀ ਘਰਵਾਲੀ, ਬਾਬੇ ਦਾਸੂ ਦੀ ਘਰਵਾਲੀ, ਬਹੁਤ ਸਾਰੀਆਂ ਇਸਤਰੀਆਂ, ਸਭ ਨੂੰ ਮਾਤਾ ਜੀ ਨੇ ਜਥਾ ਸ਼ਕਤ ਸਨਮਾਨ ਦੇ ਕੇ ਆਪਣੇ ਨੇੜੇ ਤੇੜੇ ਬਿਠਾ ਲਿਆ। ਹੁਤੀ ਕੁਲ ਰੀਤ ਸਭ ਕੀਨੀ ਨੇਰ ਤਾਰੇ। ਜਿੰਨੀ ਆਪਣੀ ਮਰਿਆਦਾ ਸੀ ਕੁਲ ਰੀਤੀ ਉਹ ਮਾਤਾ ਜੀ ਨੇ ਕੀਤੀ ਹੈ। ਦੋਹਰਾ ਗੰਗਾ ਮੰਗਲ ਸੰਗ ਤਬ ਕਰਤ ਨਿਛਾਵਰ ਨੰਦ। ਮਾਤਾ ਗੰਗਾ ਜੀ ਇੰਨੇ ਆਨੰਦ ਵਿੱਚ ਨੇ, ਆਪਣੇ ਲਾਲ ਤੋਂ, ਆਪਣੀ ਨੂੰਹ ਰਾਣੀ ਤੋਂ ਬਹੁਤ ਸਾਰਾ ਧਨ ਨਿਛਾਵਰ ਕਰਦੇ ਹਨ। ਅਪਰ ਸਰਬ ਨੇ ਉਠ ਕਰੀ ਖਰਚੇ ਦਰਬ ਬਿਲੰਦ। ਨਵੀਂ ਨੂੰਹ ਰਾਣੀ ਆਈ ਹੈ ਘਰ 'ਚ ਵਿਆਹ ਕੇ ਤੇ ਮਰਿਆਦਾ ਹੈ ਕਿ ਸੱਸ ਜਦੋਂ ਰੂਪ ਵੇਖਦੀ ਆਪਣੀ ਨੂੰਹ ਦਾ, ਉਹਦੀ ਝੋਲੀ 'ਚ ਧਨ ਦੀ ਥੈਲੀ ਪਾਉਂਦੀ ਹੈ। ਤੋ ਮਾਤਾ ਜੀ ਨੇ ਧਨ ਦੀ ਥੈਲੀ ਪਾਈ। ਇਹ ਵੇਖ ਕੇ ਬਾਕੀ ਜਿੰਨੀਆਂ ਸਨ ਉੱਥੇ ਇਸਤਰੀਆਂ, ਸਭ ਨੇ ਮਾਤਾ ਦਮੋਦਰੀ ਜੀ ਦੀ ਝੋਲੀ 'ਚ ਧਨ ਪਾਇਆ ਹੈ। ਚੌਪਈ ਪਿਖਨ ਸਨੁਖਾ ਮੁਖ ਕੋ ਲਾਗੀ। ਔਰ ਮਾਤਾ ਜੀ ਆਪਣੀ ਨੂੰਹ ਰਾਣੀ ਮਾਤਾ ਦਮੋਦਰੀ ਜੀ ਦਾ ਮੁਖ ਵੇਖਣ ਲੱਗੇ। ਰਿਦਾ ਆਨੰਦ ਪਰਿਓ ਵੱਡ ਭਾਗੀ। ਪਹਿਲੀ ਵਾਰੀ ਦਰਸ਼ਨ ਕਰਨੇ ਸੀ ਮਾਤਾ ਗੰਗਾ ਨੇ, ਕਿਉਂਕਿ ਰਿਸ਼ਤਾ ਤਾਂ ਸਗਾਈ ਤਾਂ ਹੋ ਗਈ, ਇਦਾਂ ਹੀ ਸਗਾਈਆਂ ਹੁੰਦੀਆਂ ਸਨ। ਤੋਂ ਪਹਿਲੀ ਵਾਰੀ ਜਦੋਂ ਦਰਸ਼ਨ ਕੀਤੇ ਵੇਖਿਆ ਦਮੋਦਰੀ ਜੀ ਦਾ ਸੋਹਣਾ ਮੁਖ ਤੇ ਵੇਖ ਕੇ ਬੜੇ ਹੀ ਪ੍ਰਸੰਨ ਹੋਏ। ਜਿਵੇਂ ਮੇਰਾ ਲਾਲ ਸੋਹਣਾ ਉਦਾਂ ਮੇਰੀ ਨੂੰਹ ਰਾਣੀ ਸੋਹਣੀ। ਇਉਂ ਮਾਤਾ ਜੀ ਬੋਲੇ। ਪਾਇਓ ਓਲ ਮੈਂ ਧਨ ਕੀ ਥਾਤੀ। ਔਰ ਝੋਲੀ ਵਿੱਚ ਮਾਤਾ ਦਮੋਦਰੀ ਜੀ ਦੇ ਧਨ ਦੀ ਥੈਲੀ ਪਾਈ। ਅਵਲੋਕਤ ਪਈ ਸੀਤਲ ਛਾਤੀ। ਵੇਖਦਿਆਂ ਮਨ ਬੜਾ ਖੁਸ਼ ਹੋਇਆ।
बड़े ही आनंद विच आए माता गंगा जी। पुन उठ उठ कर सगरी दारा। माता जी ने पहला अपनी मर्यादा कीती, मुड़ के बाकी जिन्नियां इस्त्रियां उठ खलोतियां। यथा उचित चोरी तन पारा। बाबे मोहन दी घरवाली आई मूरे, ਉਹਨੇ धन पाया झोली च ते सिर ते हथ रख के आशीर्वाद दित्ती। फिर बाबे मोहरी दी घरवाली, बाबे दातू दी घरवाली ने, ਏਦਾਂ सारियां इस्त्रियां ने धन दिता। पिखत बधू को मुख हर खाई। नवी बहु राणी दा चेहरा वेख के, मुख मंडल वेख के सब बलिहार जांदियां ते खुश हुंदियां। करे सराहन सुंदरताई। ते महाराज जी दा स्वरूप कहंदे जिहो जिहा लाड़ा सुंदर है ओहो जी लाड़ी सुंदर। दोहां दी जोड़ी इक्को जी रली है, बहुत ही सुंदर है। हे अल गंगा को बड़ भागा। गल्लां करदियां आपस विच। हे अली, अली कहंदे सखी नूं, नाल दीयां सहेलियां नूं, कहंदे नाल दीयां सहेलियां नूं आपस गल्लां करदियां। हे अली, गंगा दे बड़े वड्डे भाग ने, क्योंकि माता गंगा दीयां सहेलियां सी ना सारियां, ਉਹ माता जी नूं गंगा कह के बुलाउंदियां। ਜਿਹੜੀ ਬਾਬੇ ਮੋਹਣ ਦੀ ਘਰਵਾਲੀ ਆ ਜਾਂ ਬਾਬੇ ਉਹਦੇ ਉਹਨਾਂ ਦੀਆਂ ਤੇ ਨੌ ਰਾਣੀ ਸੀ ਮਾਤਾ ਗੰਗਾ ਜੀ, ਉਹ ਨਾਂ ਲੈ ਕੇ ਬੁਲਾਉਂਦੇ ਸਨ। ਕਹਿੰਦੇ ਹੇ ਅਲੀ, ਹੇ ਸਖੀ, ਗੰਗਾ ਦੇ ਭਾਗ ਬੜੇ ਵੱਡੇ ਹਨ। ਜਿਸ ਕੋ ਜਗ ਗੁਰ ਆਏ ਸੁਹਾਗਾ। ਕਹਿੰਦੇ ਕਿਉਂ ਵੱਡੇ ਭਾਗ ਨੇ? ਕਿਉਂਕਿ ਜਿਨ੍ਹਾਂ ਦੇ ਪਤੀ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਸੁਹਾਗ ਦੇ ਰੂਪ 'ਚ। ਸਤਿ ਸ੍ਰੀ ਅਕਾਲ। ਸੁਹਾਗ ਦੇ ਰੂਪ ਦੇ ਵਿੱਚ ਪ੍ਰਾਪਤ ਹੋਏ ਹਨ। ਬੋਰ ਪੁੱਤਰ ਜਨ ਚੰਦ ਅਮੰਦ। ਫਿਰ ਅੱਗੋਂ ਉਹਨਾਂ ਦੇ ਪੁੱਤਰ ਨੇ, ਉਹਨਾਂ ਦੇ ਸਾਹਿਬਜ਼ਾਦੇ ਨੇ ਚੰਦਰਮਾ ਜੈਸਾ ਕੈਸਾ ਸੁੰਦਰ ਮੁਖੜਾ ਖਿੜਿਆ ਹੋਇਆ। ਕਹਿੰਦੇ ਇਹ ਵੀ ਪ੍ਰਤਾਪੀ ਅਸ਼ਵਰਜੀ ਪੁਰਖ ਹਨ। ਉਹ ਅਸਤਰੀਆ ਪਿਕ ਹੋਏ ਨਾ ਆਨੰਦ। ਕੌਣ ਹੈ ਐਸਾ ਜਿਹੜਾ ਇਹਨਾਂ ਦੇ ਸੋਹਣੇ ਰੂਪ ਨੂੰ ਵੇਖੇ ਤੇ ਉਹਦਾ ਹਿਰਦਾ ਆਨੰਦ ਨਾਲ ਨਾ ਭਰ ਜਾਏ। ਇਹੋ ਜਿਹਾ ਸੋਹਣਾ ਮੁਖੜਾ ਗੁਰੂ ਹਰਗੋਬਿੰਦ ਸਾਹਿਬ ਦਾ ਕੌਣ ਹੈ ਐਸਾ ਜਿਹੜਾ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰੇ ਤੇ ਆਖੇ ਨਾ, ਜ਼ੁਬਾਨ ਤੋਂ ਦੇ ਨਾ ਨਿਕਲੇ ਆਹਾ ਆਨੰਦ ਹੀ ਆਨੰਦ। ਜਦੋਂ ਦਰਸ਼ਨ ਕਰੇ ਤੇ ਬਦੋ ਬਦੀ ਮੂੰਹੋਂ ਨਿਕਲੇ ਵਾਹ ਅਸਚਰਜ, ਆਨੰਦ ਹੀ ਆਨੰਦ। ਕਹਿੰਦੇ ਐਸੇ ਨੇ ਇਹਨਾਂ ਦੇ ਦਰਸ਼ਨ। ਤੈਂ ਸੁਤ ਸੰਗ ਸੁਨੁਖਾ ਸੋਈ। ਤੇ ਕਹਿੰਦੇ ਫਿਰ ਅੱਗੇ ਨੂੰਹ ਮਿਲੀ ਆ, ਉਹ ਵੀ ਅਤੀ ਸੁੰਦਰ। ਕਹਿੰਦੇ ਸਨੂਖਾ, ਉਹ ਵੀ ਇਉਂ ਜਾਪਦਾ ਜਿਵੇਂ ਆਕਾਸ਼ ਵਿੱਚੋਂ ਕੋਈ ਦੇਵੀ ਉਤਰੀ ਹੋਵੇ। ਰਾਮਚੰਦ ਜਨ ਸੀਤਾ ਹੋਈ। ਕਹਿੰਦੇ ਸੀਤਾ ਰਾਮ ਦੀ ਜੋੜੀ ਕਹੀ ਜਾਂਦੀ ਹੈ ਨਾ, ਕਹਿੰਦੇ ਇਉਂ ਜਾਪਦਾ ਜਿਵੇਂ ਕੋਈ ਸੀਤਾ ਰਾਮ ਦੀ ਜੋੜੀ ਬਣ ਗਈ ਹੋਵੇ। ਇਹ ਜੋੜੀ ਜੀਵੋ ਚਿਰ ਕਾਲਾ। ਦੇਂਦੀਆਂ ਕਹਿੰਦੀਆਂ ਇਹ ਜੋੜੀ ਜੁਗਾਂ ਤਾਈਂ ਜੀਵੇ, ਇਹ ਜੋੜੀ ਜੁਗਾਂ ਤਾਈਂ ਜੀਵੇ। ਇੱਕ ਸਮ ਸੁੰਦਰ ਰੂਪ ਵਿਸਾਲਾ। ਕਹਿੰਦੇ ਇੱਕ ਸਮਾਨ ਸੁੰਦਰ ਸਰੂਪ ਹੈ, ਬੜਾ ਹੀ ਸੋਹਣਾ ਸਰੂਪ ਹੈ। ਮਹਾਰਾਜ ਛੇਵੇਂ ਪਾਤਸ਼ਾਹ ਦਾ ਵੀ ਔਰ ਸਤਕਾਰਯੋਗ ਮਾਤਾ ਦਮੋਦਰੀ ਜੀ ਦਾ ਵੀ। ਸਿੱਤਤਾ ਵਿਭੂਤ ਅਤੇ ਮੇਖਲੀ ਨਮੇਖ ਸੰਧੀ, ਅੰਜਨ ਦੀ ਸੇਲੀ ਦਾ ਸੁਭਾਵ ਸੁਭ ਭਾਖਣਾ, ਇਹੋ ਜਿਹਾ ਸੋਹਣਾ ਸਰੂਪ ਹੈ। ਉਤਸਵ ਜਥਾ ਯੋਗ ਕਰ ਗੰਗਾ। ਮਾਤਾ ਗੰਗਾ ਜੀ ਨੇ ਸਾਰੇ ਉਤਸਵ ਯਥਾ ਯੋਗ ਬੜੇ ਸੋਹਣੇ ਢੰਗ ਨਾਲ ਕੀਤੇ। ਸਭ ਕੋ ਸਨਮਾਨਿਤ ਹਿਤ ਸੰਗਾ। ਜਿੰਨੀ ਸੰਗਤ ਆਈ ਹੈ ਸਭ ਦਾ ਸਨਮਾਨ ਤੇ ਸਤਕਾਰ ਮਾਤਾ ਗੰਗਾ ਜੀ ਨੇ ਕੀਤਾ ਹੈ। ਨਾਨਾ ਪਾਤਨ ਬਨਿਓ ਆਹਾਰਾ। ਨਾਨਾ ਪ੍ਰਕਾਰ ਦੇ ਆਹਾਰ, ਨਾਨਾ ਪ੍ਰਕਾਰ ਦੇ ਪਕਵਾਨ ਤੇ ਭੋਜਨ ਬਣੇ ਹਨ। ਸੂਖਮ ਚਾਵਰ ਦੋਨ ਪ੍ਰਕਾਰਾ। ਭਾਈ ਸਾਹਿਬ ਜੀ ਸਾਡੀ ਪੂਰੀ ਹਾਜ਼ਰੀ ਲਵਾ ਰਿਹਾ। ਮਾਂ ਕਵੀ ਭਾਈ ਸੰਤੋਖ ਸਿੰਘ ਜੀ ਵੀ ਵਿਆਹ ਵਿੱਚ ਕਿਤੇ ਅਸੀਂ ਲੰਗਰ ਤੋਂ ਨਾ ਪਿੱਛੇ ਰਹਿ ਜਾਈਏ, ਉਹਦਾ ਵੀ ਪੂਰਾ ਸਵਾਦ ਦਿਵਾਉਂਦੇ ਆ। ਕਹਿੰਦੇ ਸੁਣੋ ਭਾਈ ਲੰਗਰ 'ਚ ਕੀ ਕੀ ਬਣਿਆ। ਭਾਂਤ ਭਾਂਤ ਦੇ ਆਹਾਰ, ਸੂਖਮ ਚਾਵਰ, ਸੋਹਣੇ ਬਰੀਕ ਚਾਵਲ, ਬਾਸਮਤੀ ਦੇ ਜਿਹੜੇ ਚਾਵਲ ਕਹੇ ਜਾਂਦੇ ਆ ਲੰਮੇਰੇ, ਉਹ ਪੱਕੇ ਨੇ। ਕਈ ਦੋਨ ਪ੍ਰਕਾਰਾ, ਦੋਵੇਂ ਪ੍ਰਕਾਰ ਦੇ ਲੂਣੇ ਵੀ ਬਣੇ ਐ ਤੇ ਮਿੱਠੇ ਵੀ ਬਣੇ ਐ। ਮਧੁਰ ਸਲਵਣ ਸੁਮੇਵਾ ਡਾਲੇ। ਲੂਣੇ ਚਾਵਲਾਂ 'ਚ ਵੀ ਮੇਵੇ ਪਾਏ ਹੋਏ ਤੇ ਜਿਹੜੇ ਮਿੱਠੇ ਨੇ ਉਹਨਾਂ ਵਿੱਚ ਵੀ ਕਈ ਤਰ੍ਹਾਂ ਦੇ ਮੇਵੇ ਪਾਏ ਹੋਏ ਨੇ। ਗਰੀ ਬਦਾਮਨ ਛੀਲ ਬਿਸਾਲੇ। ਉਹਨਾਂ 'ਚ ਬਦਾਮਾਂ ਦੀਆਂ ਗਰੀਆਂ ਛਿੱਲ ਕੇ ਪਾਈਆਂ, ਕਿਤੇ ਛਿਲਕਾ ਨਾ ਕਿਸੇ ਦੇ ਮੂੰਹ 'ਚ ਆਵੇ।
ਕਹਿੰਦੇ ਛਿੱਲ ਕੇ ਬਦਾਮਾਂ ਦੀਆਂ ਗਿਰੀਆਂ ਉਹ ਪਾਈਆਂ ਹੋਈਆਂ ਨੇ। ਪਿਸਤਾ ਸਵਾਦ ਸਾਵਗੀ ਪਾਏ, ਪਿਸਤਾ ਪਾਇਆ ਹੋਇਆ ਬਰੀਕ ਬਰੀਕ ਕੱਟ ਕੱਟ ਕੇ ਪਿਸਤੇ ਦੇ ਨਾਲ ਸੌਗੀ ਪਾਈ ਹੋਈ ਹੈ, ਕਾਜੂ ਪਾਏ ਹੋਏ ਐ, ਏਦਾਂ ਬਹੁਤ ਸਾਰੇ ਮੇਵੇ ਪਾ ਕੇ ਚਾਵਲ ਬਣਾਏ ਨੇ। ਪੂਰੀ ਕਰ ਕਚੋਰ ਸਮੁਦਾਏ, ਫਿਰ ਕਹਿੰਦੇ ਪੂੜੀਆਂ ਕੱਢੀਆਂ ਜਾ ਰਹੀਆਂ ਨੇ, ਪੂੜੀਆਂ ਉਹ ਬਣੀਆਂ ਨੇ। ਫਿਰ ਕਚੋਰੀਆਂ, ਕਚੋਰੀਆਂ ਕਈ ਪ੍ਰਕਾਰ ਦੀਆਂ, ਕੋਈ ਦਾਲ ਪਾ ਕੇ ਬਣਾਈਆਂ ਕਚੋਰੀਆਂ, ਕੋਈ ਦਾਲ ਤੋਂ ਬਿਨਾਂ ਕਚੋਰੀਆਂ, ਕਿਤੇ ਆਲੂ ਪਾ ਕੇ ਵਿੱਚ ਪਾਈਆਂ ਕਚੋਰੀਆਂ। ਕਚੋਰੀਆਂ ਦੇ ਕਈ ਪ੍ਰਕਾਰ ਬਣਾਏ ਹੋਏ ਵਰਤ ਰਹੇ ਨੇ। ਬੜੇ ਪਕੌੜੇ ਦਦ ਮੈਂ ਡਾਲੇ, ਦਹੀਂ ਵੀ ਕਈ ਤਰ੍ਹਾਂ ਦਾ, ਕਹਿੰਦੇ ਇੱਕ ਦਹੀਂ 'ਚ ਵੱਡੇ ਵੱਡੇ ਵੜੇ ਪਾਏ ਹੋਏ ਨੇ ਮਾਵਾਂ ਦੇ ਬਣਾ ਕੇ, ਦਹੀਂ ਵੜਾ ਬਣਾਇਆ ਹੋਇਆ। ਇੱਕ 'ਚ ਛੋਟੀਆਂ ਛੋਟੀਆਂ ਪਕੌੜੀਆਂ ਬਣਾ ਕੇ ਦਹੀਂ 'ਚ ਪਾਏ ਹੋਏ ਨੇ। ਧਨੀਆ ਮਿਰਚ ਅਨੇਕ ਮਸਾਲੇ, ਇਕੱਲੇ ਵੜੇ ਪਾ ਕੇ ਨਹੀਂ ਸਾਰਿਆਂ ਲਾਂਗਰੀਆਂ ਨੇ, ਕਿ ਇੱਥੇ ਕੋਈ ਕੰਜੂਸੀ ਨਹੀਂ ਵਰਤੀ, ਖੁੱਲੇ ਦਿਲ ਦੇ ਨਾਲ ਬਣਾਏ ਐ, ਕਿਤੇ ਕੰਜੂਸੀ ਨਹੀਂ ਵਰਤੀ ਲਾਂਗਰੀਆਂ ਨੇ। ਕਹਿੰਦੇ ਵਿੱਚ ਧਨੀਆ ਮਿਰਚਾਂ, ਫਿਰ ਅਨੇਕ ਤਰ੍ਹਾਂ ਦੇ ਮਸਾਲੇ, ਕਾਲੀ ਮਿਰਚ ਪਾਈ ਹੋਈ ਹੈ, ਕਿਉਂਕਿ ਬੜੇ ਪਾਏ ਆ ਵਿੱਚ ਮਾਵਾਂ ਦੇ, ਬੈਵਾਦੀ ਨਾ ਕਰਨ ਉਹਦਾ ਵੀ ਖਿਆਲ ਰੱਖਿਆ ਹਲਵਾਈਆਂ ਨੇ। ਨਾਲ ਕਾਲੀਆਂ ਮਿਰਚਾਂ ਪਾਈਆਂ ਹੋਈਆਂ ਵਿੱਚ। ਨਰ ਨਾਰਨ ਕੋ ਰੁਚਿਰ ਆਹਾਰਾ, ਇਤਨੇ ਨਰ ਨਾਰੀਆਂ ਆਏ ਨੇ, ਸਭ ਵਾਸਤੇ ਬਣਿਆ ਇਹ ਭੋਜਨ। ਇਹ ਨਹੀਂ ਵੀ ਜਿਹੜੇ ਖਾਸ ਖਾਸ ਬੰਦੇ ਆ ਉਹਨਾਂ ਲਈ ਨਹੀਂ, ਸਾਰਿਆਂ ਲਈ ਇੱਕੋ ਜਿਹਾ ਬਣਿਆ ਭੋਜਨ। ਜਿੰਨੀ ਸੰਗਤ ਆਈ ਹੈ ਇਹ ਸਾਰਿਆਂ ਲਈ ਇੱਕ ਸਮਾਨ ਵਰਤ ਰਿਹਾ ਹੈ। ਸਾਦਰ ਕਹਿ ਕੇ ਸਭਨ ਖੁਆਰਾ, ਬੜਾ ਸਤਿਕਾਰ ਦੇ ਦੇ ਕੇ ਮਾਤਾ ਜੀ ਆਪ ਕਹਿੰਦੇ ਤੁਸੀਂ ਵੀ ਛਕ ਲਿਆ ਭੋਜਨ, ਕੱਲੇ ਕੱਲੇ ਨੂੰ ਪੁੱਛਦੇ ਮਾਤਾ ਜੀ ਤੁਸੀਂ ਪ੍ਰਸ਼ਾਦਾ ਛਕ ਲਿਆ ਸਖੀਓ, ਤੁਸੀਂ ਗ੍ਰਹਿਣ ਕਰ ਲਿਆ। ਏਦਾਂ ਸਾਰਿਆਂ ਨੂੰ ਬੜੇ ਅਦਬ ਨਾਲ ਸਤਿਕਾਰ ਨਾਲ ਭੋਜਨ ਛਕਾਉਂਦੇ ਨੇ। ਤ੍ਰਿਪਤ ਹੋਏ ਪੀ ਚਾਹਤ ਖਾਇਓ, ਰੱਜ ਗਏ ਨੇ, ਪ੍ਰਸ਼ਾਦਾ ਛਕ ਕੇ ਢਿੱਡ ਭਰ ਗਿਆ, ਪਰ ਮਨ ਕਰਦਾ ਵੀ ਹੋਰ ਖਾਈ ਜਾਈਏ। ਇੰਨੇ ਸਵਾਦੀ ਭੋਜਨ ਬਣੇ ਆ, ਇੰਨਾ ਸਵਾਦੀ ਲੰਗਰ ਬਣਿਆ ਕਿ ਕਹਿੰਦੇ ਤ੍ਰਿਪਤ ਹੋ ਗਏ ਐ, ਪਰ ਤ੍ਰਿਪਤ ਹੋਣ ਤੋਂ ਬਾਅਦ ਵੀ ਹਾਲੇ ਮਨ ਕਰੀ ਜਾਂਦਾ ਵੀ ਹੋਰ ਖਾ ਲਈਏ। ਅਸਨ ਸੋ ਅਸ ਸਵਾਦ ਮਨ ਪਾਇਓ, ਇਹੋ ਜਿਹਾ ਸਵਾਦੀ ਭੋਜਨ ਬਣਿਆ, ਸਾਰਿਆਂ ਦੇ ਮਨ ਨੂੰ ਭਾ ਰਿਹਾ, ਸਭ ਦੇ ਮਨਾਂ ਨੂੰ ਪਿਆਰਾ ਲੱਗ ਰਿਹਾ। ਇੱਕ ਪਾਸੇ ਮਿੱਠੀ ਖੀਰ ਵਰਤਦੀ ਹੈ, ਕੜਾਹ ਵਰਤ ਰਿਹਾ। ਏਦਾਂ ਗੁਰੂ ਖਾਲਸਾ ਜੀ ਕਈ ਤਰ੍ਹਾਂ ਦੇ ਪਕਵਾਨ ਵਰਤ ਰਹੇ ਨੇ। ਸਭ ਕੇ ਵਾਹਨ ਕੋ ਦੇ ਦਾਨਾ, ਜਲੇਬੀਆਂ ਵਰਤ ਰਹੀਆਂ ਨੇ, ਘੇਵਰ ਵਰਤ ਰਹੇ ਨੇ, ਲੱਡੂ ਵਰਤ ਰਹੇ ਨੇ, ਸ਼ੱਕਰ ਪਾਰੇ ਵਰਤ ਰਹੇ ਨੇ। ਅੰਤੇ ਕੋਈ ਨਹੀਂ, ਕੀ ਕੁਝ ਨਹੀਂ ਵਰਤ ਰਿਹਾ। ਵਿਆਹ ਜੋ ਹੈ ਦੀਨ ਦੁਨੀਆ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ। ਫਿਰ ਜਿਹੜੇ ਵਾਹਨ ਨੇ ਸਾਰੇ ਘੋੜੇ ਨੇ, ਸੰਗਤ ਦੇ ਵੀ ਘੋੜੇ ਨੇ, ਕਈ ਬਲਦ ਲੈ ਕੇ ਆਏ ਆ, ਕਈ ਊਂਠ ਲੈ ਕੇ ਆਏ ਆਪੋ ਆਪਣੇ, ਉਹਨਾਂ ਦਾ ਵੀ ਸਾਰਿਆਂ ਦਾ ਖਿਆਲ ਰੱਖਿਆ। ਬਸੰਤਾਂ ਦੀ ਡਿਊਟੀ ਲਾਈ ਹੋਈ ਵੀ ਕੋਈ ਜਾਨਵਰ ਨਾ ਭੁੱਖਾ ਰਵੇ, ਕਿਤੇ ਸੰਗਤ ਛਕਦੀ ਰਵੇ ਤੇ ਜਾਨਵਰ ਭੁੱਖੇ ਰਹਿ ਜਾਣ। ਸਾਰਿਆਂ ਵਾਸਤੇ ਉਹਨਾਂ ਲਈ ਵੀ ਦਾਣੇ ਪੱਠੇ ਦਾ ਸਾਰਾ ਪ੍ਰਬੰਧ ਕੀਤਾ ਹੋਇਆ ਹੈ। ਤ੍ਰਿਣਗਨ ਦਈ ਨਿਹਾਰੀ ਖਾਨਾ, ਕਹਿੰਦੇ ਕੱਲਾ ਘਾਹ ਪੱਠਾ ਹੀ ਨਹੀਂ ਦਿੱਤਾ, ਨਿਹਾਰੀਆਂ ਦਿੱਤੀਆਂ ਉਹਨਾਂ ਨੂੰ ਵੀ। ਪਸ਼ੂ ਕਿਉਂ ਪਿੱਛੇ ਛੱਡਣੇ ਆ? ਬੜੇ ਚਾਵਾਂ ਨਾਲ ਗੁਰੂ ਖਾਲਸਾ ਜੀ ਜਾਨਵਰਾਂ ਨੂੰ, ਪਸ਼ੂਆਂ ਨੂੰ ਪਾਲਦੇ ਸਨ। ਜਿਹਨੇ ਬਲਦ ਰੱਖਣੇ ਤੇ ਬਲਦ ਨੂੰ ਮਜਾਲ ਹੈ ਜੇ ਕਿਤੇ ਬਲਦ ਨੂੰ ਸੋਟੀ ਵੀ ਛੜੀ ਵੀ ਮਾਰ ਦੇਣੀ, ਇੰਨੀ ਰੀਝ ਨਾਲ। ਕਹਿੰਦੇ ਸਾਡਾ ਪੋਤਾ ਏਦਾਂ ਜ਼ਿਮੀਂਦਾਰ ਪਾਲਦੇ ਬਲਦਾਂ ਨੂੰ। ਜਿਹਨੇ ਘੋੜੇ ਰੱਖਣੇ, ਘੋੜੇ ਨੂੰ ਜਾਨ ਭਾਈ ਕਹਿਣਾ। ਕਹਿੰਦੇ ਉਹਨਾਂ ਜਾਨਵਰਾਂ ਨੂੰ ਨਿਹਾਰੀਆਂ ਦਿੱਤੀਆਂ। ਨਿਹਾਰੀਆਂ ਕੀ ਹੁੰਦੀਆਂ? ਨਿਹਾਰੀਆਂ ਹੁੰਦੀਆਂ ਚੂਰੀਆਂ ਬਣਾ ਕੇ ਦੇਸੀ ਘਿਓ 'ਚ, ਜਾਨਵਰਾਂ ਨੂੰ ਵੀ ਪਸ਼ੂਆਂ ਨੂੰ ਵੀ ਦੇਸੀ ਘਿਓ 'ਚ ਬਣਾ ਬਣਾ ਕੇ ਚੂਰੀਆਂ ਤੇ ਨਿਹਾਰੀਆਂ ਦਿੱਤੀਆਂ ਨੇ। ਦਾਸ ਅਨਿਕ ਅਰ ਸਗਲ ਮਸੰਦੇ, ਘਰ ਦੇ ਜਿੰਨੇ ਦਾਸ ਤੇ ਸਾਰੇ ਮਸੰਦ ਹਨ, ਸਭ ਕੀ ਸੇਵਾ ਕਰੇ ਬਿਲੰਦ, ਕਰ ਰਹੇ ਨੇ ਸਾਰੀਆਂ ਸੇਵਾਵਾਂ। ਜਿਹੜੇ ਗੁਰੂ ਘਰ ਦੇ ਮਸੰਦ ਨੇ, ਸੇਵਾਦਾਰ ਨੇ, ਉਹ ਚਾਅ ਨਾਲ ਸੇਵਾ ਕਰ ਰਹੇ ਸਭ ਦੀ। ਜਿੰਨੀ ਸੰਗਤ ਹੈ ਸਭ ਦੀ ਰੀਝ ਨਾਲ ਸੇਵਾ ਕਰਦੇ, ਭਾਵਨਾ ਨਾਲ ਸੇਵਾ ਕਰਦੇ ਵੀ ਗੁਰੂ ਕੀ ਸੰਗਤ ਹੈ। ਮਹਾਰਾਜ ਜੀ ਦੀ ਸੰਗਤ ਪ੍ਰਤੀ ਅਦਬ ਭਾਵਨਾ ਰੱਖ ਕੇ ਸੇਵਾਵਾਂ ਨਿਭਾਉਂਦੇ ਹਨ। ਜੋ ਜਿਸ ਚਾਹ ਦਈ ਤੈ ਸੋਈ, ਜਿਹੜੀ ਜਿਹੜੀ ਸੰਗਤ ਨੂੰ ਜੋ ਜੋ ਲੋੜ ਸੀ, ਰਾਤ ਨੂੰ ਉੱਥੇ ਟਿਕਾਣਾ ਕਰਨਾ, ਕਿਸੇ ਨੂੰ ਮੰਜਾ ਬਿਸਤਰਾ ਚਾਹੀਦਾ, ਕਿਸੇ ਨੂੰ ਕੋਈ ਵਸਤੂ ਚਾਹੀਦੀ ਹੈ, ਕਿਸੇ ਨੂੰ ਕੋਈ ਬੱਚੇ ਨੇ ਬੱਚਿਆਂ ਵਾਸਤੇ ਕਿਸੇ ਨੂੰ ਦੁੱਧ ਚਾਹੀਦਾ।
ਤੋ ਇਉਂ ਗੁਰੂ ਖਾਲਸਾ ਜੀ ਸਾਰਿਆਂ ਦੀ ਸੇਵਾ ਜਥਾ ਸ਼ਕਤ ਉਹ ਮਸੰਦ ਤੇ ਸੇਵਾਦਾਰ ਕਰ ਰਹੇ ਨੇ। ਹਿਰਦੇ ਕਾਮ ਪੂਰਤ ਸਭ ਕੋਈ, ਸਭ ਦੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ। ਕੋਈ ਇਹੋ ਜਿਹਾ ਸਿੱਖ ਨਹੀਂ ਜਿਹਦੇ ਕੋਲ ਲਾਂਭਾ ਹੋਵੇ ਵੀ ਮੈਨੂੰ ਆਹ ਚੀਜ਼ ਨਹੀਂ ਮਿਲੀ। ਜਿਹਨੂੰ ਨਹੀਂ ਵੀ ਮਿਲੀ ਤੇ ਉਹ ਲਾਂਭਾ ਨਹੀਂ ਦਿੰਦਾ। ਉਹ ਕਹਿੰਦੇ ਇੰਨਾ ਇਕੱਠ ਹੈ ਗੁਰੂ ਘਰ ਵਿੱਚ, ਜੇ ਨਾ ਮਿਲੇਗੀ ਅੱਜ ਦੇ ਦਿਨ ਆਹ ਚੀਜ਼ ਤੇ ਮਰ ਚੱਲੇ। ਅੱਜ ਦੇ ਕੋਈ ਸਿੱਖ ਹੁੰਦੇ ਤੇ ਉਹਨਾਂ ਨੇ ਪਹਿਲਾਂ ਜਾ ਕੇ ਕਈ ਸ਼ਿਕਾਇਤਾਂ ਮੈਨੇਜਰ ਨੂੰ ਕਹਿਣੀਆਂ, ਫਿਰ ਪ੍ਰਧਾਨ ਨੂੰ ਕਹਿਣੀਆਂ ਵੀ ਆਹ ਨਹੀਂ ਤੁਹਾਡੇ ਉੱਥੇ ਹੁੰਦਾ ਜੀ। ਉਹਨਾਂ ਵੇਖਿਆ ਵੀ ਸੰਗਤ ਬਹੁਤ ਹੈ, ਜੇ ਕਿਤੇ ਕੋਈ ਕਮੀ ਪੇਸ਼ੀ ਰਹਿ ਵੀ ਜਾਂਦੀ ਹੈ ਤੇ ਕਿਸੇ ਨੇ ਕਿਸੇ ਪ੍ਰਕਾਰ ਦੀ ਕੋਈ ਇਤਰਾਜ਼ਬਾਜ਼ੀ ਨਹੀਂ ਕੀਤੀ, ਪਰ ਕਿਸੇ ਦੇ ਕੋਲ ਕਮੀ ਰਹੀ ਨਹੀਂ ਹੈ। ਸਭ ਨੂੰ ਅਨੇਕ ਪ੍ਰਕਾਰ ਦੀਆਂ ਚੀਜ਼ਾਂ ਜੋ ਜੋ ਕਿਸੇ ਨੂੰ ਚਾਹੀਦਾ ਸੀ ਉਹ ਮਿਲਿਆ ਹੈ। ਖਾਨ ਪਾਨ ਸਨਮਾਨ ਮਹਾਨਾ, ਕਹਿੰਦੇ ਖਾਨ ਪਾਨ ਦਾ ਸਾਰਾ ਸਨਮਾਨ ਸਭ ਦਾ ਕੀਤਾ। ਪਰੀ ਰੈਨ ਸੁਪਤੇ ਨਿਜ ਥਾਨਾ, ਰਾਤ ਪੈ ਗਈ, ਜਿੱਥੇ ਜਿੱਥੇ ਕਿਸੇ ਦਾ ਆਸਣ ਲੱਗਾ ਸਭ ਨੇ ਆਪੋ ਆਪਣੇ ਆਸਣਾਂ ਤੇ ਸੁਖ ਲਿਆ। ਸ਼੍ਰੀ ਅਰਜਨ ਸੁਧ ਸਭ ਕੀ ਸੁਨ ਕੇ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਸਾਰਿਆਂ ਦੀ ਸੁੱਧ ਸਾਰ ਲੈ ਲਈ, ਪੁੱਛਿਆ ਭਾਈ ਵੇਖੋ ਸੰਗਤ ਵਿੱਚ ਫਿਰ ਕੇ। ਸਤਿਗੁਰੂ ਜੀ ਆਪ ਵੀ ਜਾ ਕੇ ਪੁੱਛ ਲੈਂਦੇ ਸਿੱਖਾਂ ਨੂੰ ਵੀ ਕਿਸੇ ਨੂੰ ਕੋਈ ਕਮੀ ਪੇਸ਼ੀ ਨਾ ਰਵੇ, ਸੇਵਾ ਵਿੱਚ ਕਿਸੇ ਦੀ ਕੋਈ ਕਮੀ ਨਾ ਰਹਿ ਜੇ। ਪੁੱਛੋ ਸਭ ਨੂੰ ਲੰਗਰ ਪ੍ਰਸ਼ਾਦਾ ਮਿਲ ਗਿਆ, ਘੋੜਿਆਂ ਨੂੰ, ਪਸ਼ੂਆਂ ਨੂੰ, ਜਾਨਵਰਾਂ ਨੂੰ, ਸਾਰਿਆਂ ਦੀ ਮਹਾਰਾਜ ਜੀ ਨੇ ਸੁੱਧ ਲਈ ਪੰਜਵੇਂ ਪਾਤਸ਼ਾਹ ਨੇ। ਭਾਈ ਸੇਵ ਤ੍ਰਿਪਤੇ ਗਨ ਗੁਣ ਕੇ, ਮਹਾਰਾਜ ਜੀ ਨੂੰ ਦੱਸਿਆ ਸੇਵਾਦਾਰਾਂ ਨੇ, ਮਹਾਰਾਜ ਸਾਰੀ ਸੰਗਤ ਤ੍ਰਿਪਤ ਹੋ ਗਈ ਹੈ, ਸਭ ਨੇ ਆਨੰਦ ਸਹਿਤ ਭੋਜਨ ਗ੍ਰਹਿਣ ਕਰ ਲਿਆ ਹੈ। ਸੁਪਤੇ ਸਭ ਇਨ ਤੇ ਪਛਾਤੀ, ਸਾਰੀ ਸੰਗਤ ਜਦੋਂ ਸੌਂ ਗਈ ਸਭ ਤੋਂ ਬਾਅਦ ਪੰਜਵੇਂ ਪਾਤਸ਼ਾਹ ਆਸਣ ਤੇ ਆਏ। ਬਲਿਹਾਰ ਜਾਈਏ ਸਤਿਗੁਰਾਂ ਤੋਂ ਜਦੋਂ ਪਤਾ ਲੱਗਾ ਵੀ ਸਭ ਨੂੰ ਆਸਣ ਮਿਲ ਗਏ ਨੇ, ਸਾਰੀ ਸੰਗਤ ਬਿਰਾਜ ਗਈ ਹੈ, ਸਭ ਸੁੱਖ ਵਿੱਚ ਨੇ, ਫਿਰ ਪੰਜਵੇਂ ਪਾਤਸ਼ਾਹ ਜੀ ਆਪਣੇ ਸਥਾਨ ਤੇ ਆਪਣੇ ਸੁਖਾਸਣਾਂ ਤੇ ਆਏ ਨੇ। ਤਿਮ ਅੰਤਰ ਗੰਗਾ ਹਰ ਖਾਤੀ, ਉਧਰ ਮਾਤਾ ਗੰਗਾ ਜੀ ਵੀ ਉਸੇ ਤਰ੍ਹਾਂ ਸੇਵਾ 'ਚ, ਉਹਨਾਂ ਵੀ ਕਿਸੇ ਪ੍ਰਕਾਰ ਦੀ ਕਸਰ ਨਹੀਂ ਰਹਿਣ ਦਿੱਤੀ ਸੇਵਾ 'ਚ। ਉਹਨਾਂ ਦੀ ਸਾਰੀਆਂ ਇਸਤਰੀਆਂ ਜਿੰਨੀਆਂ ਆਈਆਂ ਸਨ ਮੇਲ 'ਚ ਸਭ ਨੂੰ ਆਸਣ ਲਵਾਏ ਹਨ। ਦਾਸੀ ਗਨ ਕੋ ਪ੍ਰੇਰਨ ਕਰਤੀ, ਮਾਤਾ ਗੰਗਾ ਜੀ ਆਪਣੀਆਂ ਜਿਹੜੀਆਂ ਦਾਸੀਆਂ ਨੇ ਘਰ 'ਚ ਨੌਕਰ ਰਾਣੀਆਂ, ਉਹਨਾਂ ਨੂੰ ਕਹਿੰਦੇ ਵੀ ਵੇਖੋ ਸਾਰੀਆਂ ਦੀ ਸੇਵਾ ਕਰਨੀ ਹੈ, ਕਿਸੇ ਕੋਲ ਕੋਈ ਕਮੀ ਨਾ ਰਹਿ ਜਾਏ। ਖਾਨ ਪਾਨ ਸਭ ਕੀ ਸੁਧ ਧਰਤੀ, ਸਭ ਦੇ ਖਾਨ ਪਾਨ ਦੀ ਸੁਧ ਮਾਤਾ ਜੀ ਲੈਂਦੇ ਹਨ। ਬਹੁ ਸਨੇ ਤੇ ਸੁਨੁਖਾ ਬਿਠਾਵੇ, ਤੇ ਬੜੇ ਸਨੇਹ ਨਾਲ ਆਪਣੀ ਨੂੰਹ ਰਾਣੀ ਨੂੰ ਆਪਣੇ ਕੋਲ ਜਾ ਕੇ ਬਿਠਾਇਆ ਮਾਤਾ ਜੀ ਨੇ ਆਪਣੇ ਆਸਣ ਤੇ। ਕਹਿ ਕਹਿ ਬਰ ਭੋਜਨ ਕੋ ਖਵਾਵੇ, ਤੇ ਮਾਤਾ ਦਮੋਦਰੀ ਜੀ ਨੂੰ ਆਪਣੇ ਹੱਥੀਂ ਭੋਜਨ ਛਕਾਇਆ। ਛੋਟੀ ਉਮਰ ਹੀ ਸੀ ਮਾਤਾ ਦਮੋਦਰੀ ਜੀ ਦੀ, ਤੋ ਮਾਤਾ ਗੰਗਾ ਜੀ ਨੇ ਬੜੇ ਅਦਬ ਨਾਲ ਬੜੇ ਪ੍ਰੇਮ ਨਾਲ ਆਪਣੀ ਨੂੰਹ ਰਾਣੀ ਨੂੰ ਆਪਣੇ ਹੱਥੀਂ ਭੋਜਨ ਛਕਾਇਆ। ਉਹਨੇ ਆਪਣੇ ਟਿਗ ਸਹਿਜਾ ਸੁੰਦਰ, ਔਰ ਆਪਣੇ ਨੇੜੇ ਹੀ ਬੜੀ ਸੋਹਣੀ ਸੇਜਾ ਸੋਹਣਾ ਆਸਣ ਮਾਤਾ ਦਮੋਦਰੀ ਜੀ ਦਾ ਲਾਇਆ। ਕਰੀ ਦਸਾਵਨ ਅੰਦਰ ਮੰਦਿਰ, ਆਪਣੇ ਪਾਸ ਹੀ ਮਾਤਾ ਦਮੋਦਰੀ ਜੀ ਨੂੰ ਲਟਾਇਆ ਹੈ। ਲੇ ਕਰ ਨਿਕਟ ਆਪ ਤਬ ਸੋਈ, ਔਰ ਮਾਤਾ ਜੀ ਵੀ ਸੁਖਾਸਣਾ ਤੇ ਬਿਰਾਜੇ ਹਨ। ਮੁਖਾ ਬਿਲੋਕਤ ਹਰਖ ਤੇ ਹੋਈ, ਔਰ ਆਪਣੀ ਨੂੰਹ ਰਾਣੀ ਨੂੰ ਵੇਖ ਵੇਖ ਕੇ ਮਾਤਾ ਜੀ ਦਾ ਹਿਰਦਾ ਜਿਹੜਾ ਖੁਸ਼ੀ ਨਾਲ ਪੁਲਕ ਪੁਲਕ ਜਾਂਦਾ ਹੈ, ਹਿਰਦਾ ਖੇੜੇ ਨਾਲ ਖਿੜੀ ਜਾਂਦਾ, ਖੁਸ਼ੀ ਨਹੀਂ ਮੇਵਦੀ। ਹਰ ਗੋਬਿੰਦ ਬਰ ਇੰਦ ਮਨਿੰਦਾ, ਗੁਰੂ ਹਰਗੋਬਿੰਦ ਸਾਹਿਬ ਮੇਰੇ ਪੀਰ ਦੇ ਮਾਲਕ ਜੋ ਚੰਦਰਮਾ ਦੇ ਸਮਾਨ ਸੋਹਣੇ ਮੁਖੜੇ ਵਾਲੇ ਨੇ। ਪਿਤ ਸਮੀਪ ਪੋਡੇ ਸੁਖ ਕੰਦਾ, ਆਪਣੇ ਸਤਿਕਾਰਯੋਗ ਪਿਤਾ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਸ ਬਿਰਾਜੇ ਹਨ। ਮਹਾਦੇਵ ਨਿਜ ਘਰੋਂ ਸਿਧਾਰਾ, ਬਾਬਾ ਮਹਾਦੇਵ ਜੀ ਦਾ ਆਪਣਾ ਘਰ ਸੀ ਨਗਰ ਵਿੱਚ ਹੀ, ਤੇ ਬਾਬਾ ਜੀ ਆਪਣੇ ਘਰ ਚਲੇ ਗਏ ਵਿਦਾ ਹੋ ਕੇ। ਸਭ ਕੁਟੰਬ ਇਤ ਪਠਿਓ ਆਹਾਰਾ, ਸਾਰੇ ਪਰਿਵਾਰ ਵਾਸਤੇ ਭੋਜਨ ਭੇਜਿਆ। ਮੋਹਨ ਅਪਰ ਮੋਰੀ ਦਾਤੂ, ਬਾਬਾ ਮੋਹਨ ਜੀ, ਬਾਬਾ ਮੋਰੀ ਜੀ, ਬਾਬਾ ਦਾਤੂ ਜੀ। ਖਾਨ ਪਾਨ ਸੁਪਤੇ ਹਰ ਖਾਤੂ, ਸਭ ਨੇ ਖਾਨ ਪਾਨ ਕੀਤਾ ਤੇ ਸੁਖ ਨਾਲ ਆਪਣੇ ਆਸਣਾਂ ਤੇ ਸਭ ਬਿਰਾਜੇ ਹਨ। ਅਪਰ ਸਿੱਖ ਸੰਗਤ ਨਰ ਨਾਰੀ, ਬਾਕੀ ਜਿੰਨੀ ਸਿੱਖ ਸੰਗਤ ਹੈ ਚਾਹੇ ਨਰ ਨੇ ਤੇ ਚਾਹੇ ਇਸਤਰੀਆਂ ਹਨ, ਬਿੰਦ ਮਸੰਦ ਕਰਤ ਜੇਕਾਰੀ, ਸਭ ਆਪੋ ਆਪਣੇ ਆਸਣਾਂ ਤੇ ਬਿਰਾਜੇ। ਜਿੰਨੇ ਮਸੰਦ ਨੇ ਸਭ ਸਾਰੀ ਕਾਰ, ਉਹ ਰਾਤ ਵੀ ਜਾਗਦੇ ਰਹੇ ਜਿਹੜੇ ਮਸੰਦ ਨੇ, ਫਿਰਦੇ ਰਹੇ ਸੰਗਤ ਵਿੱਚ ਵੀ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਦਾਸੀ ਦਾਸ
दास सबन सुख पाए। ਜਿੰਨੇ ਦਾਸੀਆਂ ਦਾਸ ਸਨ ਉਹ ਸਭ ਆਪੋ ਆਪਣੇ ਆਸਣਾਂ ਤੇ ਬਿਰਾਜੇ ਹਨ। निज निज थान सकल सुपताए। ਸਭ ਆਪੋ ਆਪਣੀਆਂ ਥਾਵਾਂ ਤੇ ਜਿੱਥੇ ਜਿੱਥੇ ਕਿਸੇ ਦੀ ਜਥਾਯੋਗ ਥਾਂ ਮਿਲੀ ਸਭ ਲੇਟ ਗਏ। जाम जामनी जागे नाथ। ਪੰਜਵੇਂ ਪਾਤਸ਼ਾਹ ਦਾ ਨੇਮ ਹੈ ਪਹਿਰ ਰਾਤ ਰਹਿੰਦਿਆਂ ਮੇਰੇ ਦੀਨ ਦਿਆਲ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਉੱਠੇ ਹਨ। मोहन मातुल लीनस साथ। ਤੇ ਬਾਬਾ ਮੋਹਨ ਜੀ ਵੀ ਉੱਠੇ ਬੈਠੇ ਸੀ। ਮਹਾਰਾਜ ਜੀ ਨੇ ਬਾਬਾ ਮੋਹਨ ਜੀ ਨੂੰ ਪੰਜਵੇਂ ਪਾਤਸ਼ਾਹ ਨੇ ਨਾਲ ਲਿਆ, ਆਖਿਆ ਚਲੋ ਮਾਮਾ ਜੀ ਇਸ਼ਨਾਨ ਪਾਨ ਕਰਕੇ ਆਈਏ। सोचा चार करे बिद सारी। ਬਾਬਾ ਮੋਹਨ ਜੀ ਨੂੰ ਨਾਲ ਲੈ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਗਏ ਤੇ ਸਰੀਰ ਦੀ ਕਿਰਿਆ ਸੋਧ ਕੇ ਆਏ। प्रथम नहाए कूप के बारी। ਪਹਿਲਾਂ ਸਰੀਰ ਦੀ ਸੋਚ ਆਦਿਕ ਕਿਰਿਆ ਸੋਧੀ ਤੇ ਫਿਰ ਖੂਹ ਦੇ ਜਲ ਤੇ ਆ ਕੇ ਇਸ਼ਨਾਨ ਕੀਤਾ। ਬਾਬਾ ਮੋਹਨ ਜੀ ਨੇ ਵੀ ਤੇ ਪੰਜਵੇਂ ਪਾਤਸ਼ਾਹ ਨੇ ਵੀ। सुधा सरोवर जाए शनानो। ਪਹਿਲਾਂ ਖੂਹ ਦੇ ਜਲ ਤੇ ਇਸ਼ਨਾਨ ਕਰਕੇ ਫਿਰ ਸ੍ਰੀ ਅੰਮ੍ਰਿਤਸਰ ਸਰੋਵਰ ਚ ਆ ਕੇ ਇਸ਼ਨਾਨ ਕੀਤਾ, ਕਿਉਂਕਿ ਕਿਰਿਆ ਕੀਤੀ ਸੀ ਸਰੀਰ ਦੀ। ਤੋ ਸਰੀਰ ਦੀ ਕਿਰਿਆ ਕੀਤੀ ਹੋਵੇ ਪਰ ਸਰੋਵਰ ਚ ਇਸ਼ਨਾਨ ਕਰਨ ਤੋਂ ਪਹਿਲਾਂ ਖੂਹ ਦੇ ਜਲ ਨਾਲ ਇਸ਼ਨਾਨ ਕਰਨ ਦੀ ਮਰਿਆਦਾ ਹੈ। ਜਿਵੇਂ ਅੱਜ ਕੱਲ ਖੂਹ ਨਹੀਂ ਹਨ ਤੇ ਟੂਟੀਆਂ ਲੱਗੀਆਂ ਹੋਈਆਂ ਦੁਖ ਭੰਜਨੀ ਬੇਰੀ ਦੇ ਲਾਗੇ। ਬਹੁਤ ਸਾਰੇ ਸਿੱਖ ਜਿਨ੍ਹਾਂ ਨੂੰ ਮਰਿਆਦਾ ਦਾ ਪਤਾ ਹੈ ਉਹ ਪਹਿਲਾਂ ਟੂਟੀਆਂ ਥੱਲੇ ਇਸ਼ਨਾਨ ਕਰਕੇ ਫਿਰ ਸਰੋਵਰ 'ਚ ਚੁੱਭਾ ਲਾਉਂਦੇ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਮਰਿਆਦਾ ਪੁਰਸ਼ੋਤਮ ਨੇ ਸਰੋਵਰਾਂ ਦੀ ਮਹੱਤਤਾ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਪਾਤਸ਼ਾਹ ਨੇ ਬਾਬਾ ਮੋਹਨ ਜੀ ਦੇ ਸਮੇਤ ਪਹਿਲਾਂ ਖੂਹ ਦੇ ਜਲ ਤੇ ਇਸ਼ਨਾਨ ਕੀਤਾ, ਫਿਰ ਸ੍ਰੀ ਅੰਮ੍ਰਿਤਸਰ ਸਰੋਵਰ 'ਚ ਆ ਕੇ ਇਸ਼ਨਾਨ ਕੀਤਾ। पुन पहुंचे हर मंदिर थाने। ਫਿਰ ਬਾਬਾ ਮੋਹਨ ਜੀ ਨੂੰ ਨਾਲ ਲੈ ਕੇ ਤੇ ਮਹਾਰਾਜ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਏ। बैठत पाए सो सभा सुधारे। ਔਰ ਪਾਤਸ਼ਾਹ ਜੀ ਸ੍ਰੀ ਹਰਮੰਦਰ ਸਾਹਿਬ ਵਿਖੇ ਆ ਕੇ ਸਭਾ ਵਿੱਚ ਦੀਵਾਨ 'ਚ ਬੈਠੇ ਹਨ। पावन लगे सो आसा वारे। ਤੇ ਇੰਨੇ ਨੂੰ ਰਬਾਬੀ ਆ ਗਏ। ਉਹ ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਲੱਗੇ। ਬੜੇ ਪ੍ਰੇਮ ਨਾਲ ਚਾਅ ਨਾਲ ਰਬਾਬੀ ਸਿੱਖਾਂ ਨੇ ਆਣ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਕੀਰਤਨ ਸੁਣ ਰਹੇ ਹੈ। ਬਾਬਾ ਮੋਹਨ ਜੀ ਵੀ ਸਮਾਧੀ ਸਥਿਤ ਹੋ ਗਏ। ਪੰਜਵੇਂ ਪਾਤਸ਼ਾਹ ਵੀ ਆਪਣੇ ਨਿਜ ਧਿਆਨ ਪਰਾਇਣ ਹੋ ਕੇ ਆਤਮ ਆਨੰਦ 'ਚ ਚੁੱਭਾ ਲਾਣ ਲੱਗੇ। ਨਾਲ ਕੰਨਾਂ ਦੁਆਰਾ ਸ਼ਰਵਣਾਂ ਦੁਆਰਾ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਮਹਾਨ ਰਚਨਾ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਰਹੇ ਹਨ। वृद्ध जुत आए गयो गुरदास। ਇਹਨੂੰ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਵੀ ਆ ਗਏ। ਭਾਈ ਸਾਹਿਬ ਭਾਈ ਗੁਰਦਾਸ ਜੀ ਮਹਾਂਪੁਰਖ ਉਹ ਵੀ ਆ ਗਏ। बैठे बृंद मसंदे पास। ਬਹੁਤ ਸਾਰੇ ਜਿਹੜੇ ਗੁਰੂ ਘਰ ਦੇ ਮੁਖੀ ਮਸੰਦ ਸਨ ਉਹ ਸਾਰੇ ਸਹਿਜੇ ਸਹਿਜੇ ਵਾਰੀ ਵਾਰੀ ਜਿਵੇਂ ਜਿਵੇਂ ਕਿਸੇ ਨੇ ਇਸ਼ਨਾਨ ਪਾਨ ਕੀਤਾ ਸਾਰੇ ਗੁਰੂ ਦਰਬਾਰ ਵਿੱਚ ਆ ਕੇ ਬੈਠਣ ਲੱਗੇ। उमर शाह भाई कल्याण। ਭਾਈ ਉਮਰ ਸ਼ਾਹ ਜੀ ਆਏ। ਬੜੇ ਮਹਾਂਪੁਰਖ ਸੀ ਭਾਈ ਉਮਰ ਸ਼ਾਹ ਜੀ। ਭਾਈ ਸਾਹਿਬ ਭਾਈ ਕਲਿਆਣ ਜੀ ਆਏ ਹਨ। सिख करे दरस को आन। ਬਹੁਤ ਸਾਰੀ ਸੰਗਤ ਸਿੱਖ ਆਣ ਕੇ ਦਰਸ਼ਨ ਕਰਨ ਲੱਗੀ। नंद आनंद मोहरी संग। ਬਾਬਾ ਆਨੰਦ ਜੀ ਬਾਬਾ ਆਨੰਦ ਜੀ ਬਾਬਾ ਮੋਹਰੀ ਜੀ संस राम जुत हृदय उमंग। ਬਾਬਾ ਸੰਸ ਰਾਮ ਜੀ ਬੜੇ ਚਾਅ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਅੰਮ੍ਰਿਤ ਵੇਲੇ ਹੀ ਗੁਰੂ ਦਰਬਾਰ ਵਿੱਚ ਪੁੱਜ ਗਏ। आए सभा दरबार लगाई। ਸਾਰੇ ਸਭਾ ਚ ਆ ਗਏ। ਦਰਬਾਰ ਸੱਜ ਗਿਆ ਮਹਾਰਾਜ ਜੀ ਦਾ। कीरत सुनत सरब हर खाई। ਜਿਹੜਾ ਵੀ ਦਰਸ਼ਨ ਕਰਦਾ ਨਾਲੇ ਕੰਨਾਂ ਨਾਲ ਕੀਰਤਨ ਸੁਣਦੇ ਸਭ ਦੇ ਹਿਰਦੇ ਖੇੜਿਆਂ ਨਾਲ ਭਰ ਰਹੇ ਹੈ। ਆਨੰਦ ਹੀ ਆਨੰਦ ਵਰਤ ਰਿਹਾ ਮਹਾਰਾਜ ਜੀ ਦੇ ਚਰਨਾਂ ਵਿੱਚ। रात होत के पायो भोग। ਜਦੋਂ ਥੋੜੀ ਥੋੜੀ ਲੋ ਲੱਗਣੀ ਸੀ ਉਹਦੇ ਤੋਂ ਪਹਿਲਾਂ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੋਈ। सिर निवाए तब सब हों लोग। ਸਾਰੀ ਸੰਗਤ ਨੇ ਸੀਸ ਝੁਕਾ ਕੇ ਨਮਸਕਾਰ ਕੀਤੀ, ਕਿਉਂਕਿ ਜਦੋਂ ਭੋਗ ਪਵੇ ਕੀਰਤਨ ਦਾ ਸਮਾਪਤੀ ਹੋਵੇ ਸ਼ਬਦ ਦੀ ਮਰਜ਼ਾਦਾ ਹੈ ਸੀਸ ਝੁਕਾ ਕੇ ਨਮਸਕਾਰ ਕਰਨ ਦੀ। श्री गुरु ग्रंथ साहिब जब आए। ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਨਾਲ ਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਕੋਠਾ ਸਾਹਿਬ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਪਾਲਕੀ ਸਜਾ ਕਰਕੇ ਬੜੇ ਅਦਬ ਨਾਲ ਸਤਿਕਾਰ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਲਿਆਂਦੇ ਗਏ। ਰਬਾਬੀ ਸਿੱਖ ਦਰਸ਼ਨਾਂ ਦੇ ਸ਼ਬਦ ਪੜ੍ਹ ਰਹੇ ਹਨ। ਉਧਰੋਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਆ ਰਹੀ ਹੈ। ਇਧਰੋਂ ਰਬਾਬੀ ਸਿੱਖ ਕੀਰਤਨੀਏ ਕੀਰਤਨ ਕਰ ਰਹੇ ਨੇ। ਦਰਸ਼ਨ ਪਿਆਸੀ ਦਿਨ ਸਰਾਤ
ਚਿਤਵੋ ਅਨਬਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਦਰਮਾਨ ਦੇ ਠਾਂਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕਿਵਾਰ। ਇਉਂ ਬੇਨਤੀਆਂ ਦੇ ਸ਼ਬਦ ਪੜ੍ਹ ਰਹੇ ਗੁਰੂ ਸਾਹਿਬ ਦੇ ਦਰਸ਼ਨਾਂ ਦਾ। ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹਦੇ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ। ਏਦਾਂ ਮਨ 'ਚ ਦਰਸ਼ਨਾਂ ਦੇ ਭਾਵਨਾ ਵਾਲੇ ਸ਼ਬਦ ਪੜ੍ਹੇ ਜਾ ਰਹੇ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਆਏ ਨੇ, ਪ੍ਰਕਾਸ਼ ਹੋ ਰਹੇ ਨੇ। ਬਾਬਾ ਬੁੱਢਾ ਸਾਹਿਬ ਜੀ ਪ੍ਰਕਾਸ਼ ਕਰਕੇ ਹੁਕਮਨਾਮਾ ਲੈ ਰਹੇ ਨੇ। ਜਿਹੜਾ ਹੁਕਮਨਾਮਾ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ ਉਹ ਅਗਲਿਆਂ ਪ੍ਰਸੰਗਾਂ ਵਿੱਚ ਆਪ ਜੀ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦੇ ਪਾਵਨ ਬਚਨ ਵਿਚਾਰਦਿਆਂ, ਗੁਰਦਾਇਬ ਦਾ ਇਤਿਹਾਸ ਵਿਚਾਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਪੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ हे निर्गुण सब टेक हे गोविंद हे गुण निधान के सदा बबेक हे अपरंपर हर हरे है पियो अनहार हे संत कै सदा संग धारा आधार हे ठाकुर हों दासरो है निर्गुण गुण नहीं कोई नानक दीजै नाम दान राखो ही है परोए आए प्रभ शरणागति कृपा निध दयाल एक अखर हर मन बस्त नानक होत नियाल गुरु नाम जहाज है चढ़े सो तेरे पार जो शरदा कर सेवंदे गुर पारे उतारनार गुरु नाम जहाज है चढ़े सो तेरे पार जो शरदा कर सेवंदे गुर पारे उतारनार वाहिगुरु जी का खालसा वाहिगुरु जी की फतेह।